ਤੁਹਾਡੇ ਤੇ ਵੀ ਲੋਕ ਉਂਗਲ ਉਠਾਉਂਦੇ ਨੇ ਕਿ ਰਮਨਦੀਪ ਕੌਰ ਮਰਖਾਈ ਤਾਂ ਯਾਰ ਵਿਊਅਰਸ਼ਿਪ ਦੀ ਕੰਮ ਕਰਦੀ ਹੈ, ਇਹਨਾਂ ਨੇ ਤੰਗਲੀ ਲੈ ਰੱਖੀ ਹੈ ਪੈਸੇ ਇਕੱਠੇ ਕਰਨ ਵਾਸਤੇ, ਇਹੋ ਜਿਹੇ ਕੰਮ ਕਰਦੇ ਨੇ, ਬਸ ਇਹ ਚਾਹੁੰਦੇ ਨੇ ਅਸੀਂ ਲੀਡਰ ਬਣ ਜਾਈਏ। ਕੱਲ ਨੂੰ ਜੇ ਮੇਰੇ ਨਾਲ ਇਵੇਂ ਕਰਦੇ ਰਹੇ ਫਿਰ ਮੈਂ ਕੁੜੀ ਵੀ ਇਹੋ ਜਿਹੀ ਆ, ਫਿਰ ਮੈਂ ਪੁੱਠੀ ਵੀ ਚੱਲਣ ਲੱਗੀ, ਬਹੁਤ ਮਿਹਨਤ ਲਾਉਣੀ ਆ। ਇੱਕ ਦਿਨ ਅਮਲੀਆਂ ਨੇ ਇਕੱਠੇ ਹੋ ਕੇ ਮੈਨੂੰ ਕਿਹਾ, ਕਹਿੰਦੇ ਜੀ ਕੋਈ ਸਾਡੇ ਹੱਕ 'ਚ ਵੀ ਧਰਨਾ ਲਾ ਦਿਓ। ਮੈਂ ਕਿਹਾ ਜੀ ਦੱਸੋ। ਕਹਿੰਦੇ ਵੀ ਨਸ਼ੇ ਦੀ ਸਾਡੇ ਤੋਂ ਪੂਰਤੀ ਨਹੀਂ ਹੁੰਦੀ, ਸਾਡੇ ਲਈ ਪੋਸਟ ਦੇ ਠੇਕੇ ਹੀ ਖਲਵਾ ਦਿਓ। ਹੁਣ ਔਖੇ ਤਾਂ ਅਮਲੀ ਵੀ ਆ। ਤੁਹਾਡੇ ਤੇ ਜਿਹੜੇ ਪਰਚੇ ਪਾਏ ਗਏ ਜੀ, ਉਹ ਪਰਚਿਆਂ ਦੀ ਅੱਜ ਜਿਹੜਾ ਸਟੇਟਸ ਹੈ ਕੀ ਹੈ? ਰੱਦ ਹੋ ਗਏ? ਰੱਦ ਅੱਜ ਮੈਨੂੰ ਲੱਗਦਾ ਨਹੀਂ ਵਜੇ ਹੋਏ ਨੇ ਜਾਂ ਨਾ ਹੀ ਗੱਲਬਾਤ ਚੱਲੀ ਕੋਈ ਅਜੇ ਤੱਕ। ਨਹੀਂ ਜੀ, ਬਿਲਕੁਲ ਨਹੀਂ ਰੱਦ ਹੋਏ ਪਰਚੇ। ਕੋਈ ਅਜਿਹਾ ਤਸਕਰ ਜਿਹਦੀ ਹੁਣ ਤੱਕ ਸਰਕਾਰ ਨੇ ਜ਼ਮੀਨ ਕੁਰਕ ਕਰਤੀ ਹੋਵੇ, ਉਹਦੀ ਪ੍ਰਾਪਰਟੀ ਜ਼ਬਤ ਕੀਤੀ ਹੋਵੇ ਜਾਂ ਉਹਨੂੰ ਫੜ ਕੇ ਅੰਦਰ ਕੀਤਾ ਹੋਵੇ ਵੱਡੇ? ਸੋ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕਿਸੇ ਦੀ ਕੁਰਕੀ ਕੀਤੀ ਹੈ ਜਾਂ ਕੁਛ। ਇਹ ਤਾਂ ਨਾ ਬਾਈ ਜੀ ਅਸਲੀਅਤ ਕਹਿਣੀ ਨਹੀਂ ਚਾਹੀਦੀ, ਪਰ ਕਹਿਣੀ ਪੈ ਰਹੀ ਆ। ਮੁੱਲ ਵਧਾਏ ਆਪਦੇ ਕਾਲੀਆਂ ਨੇ ਬੀਜਿਆ, ਕਾਂਗਰਸ ਨੇ ਪ੍ਰਫੁੱਲਤ ਕੀਤਾ ਇਹਨੂੰ। ਕਿਤੇ ਗਲੀ ਦੇ ਇੱਕ ਘਰ 'ਚ ਵਿਕਦਾ ਸੀ, ਕਾਂਗਰਸ ਵਾਰੀ ਚੌਹਾਂ 'ਚ ਆ ਗਿਆ ਤੇ ਹੁਣ ਪੂਰਾ ਮਹੱਲੇ 'ਚ ਆ ਗਿਆ। ਸਰਕਾਰ ਦੇ ਨੁਮਾਇੰਦੇ ਵੀ ਭੱਜ ਰਹੇ ਨੇ, ਉਲਟਾ ਕਹਿਣਗੇ ਬਾਏ ਨੇਮ ਤੁਸੀਂ ਨਾਮ ਦਿਓ। ਲਓ ਅਸੀਂ ਬਾਏ ਨੇਮ ਨਾਮ ਦਿੰਨੇ ਆ। ਸਾਡੇ ਪਿੰਡਾਂ 'ਚ ਜਿਹੜੇ ਬੰਦੇ ਵੇਚਦੇ ਕੀ ਕਰੋਗੇ? ਜੇ 24 ਘੰਟਿਆਂ ਦੇ ਵਿੱਚ ਤੁਸੀਂ ਸਾਨੂੰ ਇੱਕ ਪਰਚਾ ਕਰਕੇ ਵਿਖਾਓ। ਸੰਤ ਸੀਚੀਵਾਲ ਜਿਹੜੇ ਵਾਤਾਵਰਨ ਪ੍ਰੇਮੀ ਨੇ, ਜਿਨ੍ਹਾਂ ਨੂੰ ਮੈਂ ਆਪਦਾ ਰੋਲ ਮਾਡਲ ਮੰਨਦੀ ਸੀ, ਤੇ ਸਭ ਤੋਂ ਪਹਿਲਾਂ ਉਹਨਾਂ ਦੇ ਬਿਆਨ ਤੇ ਬੋਲੀ ਵੀ ਮੈਂ ਹੀ ਆ, ਜਿਹੜੇ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਇਹ ਬੋਤਲਾਂ ਪਾਣੀ ਦੀਆਂ ਕਿੱਥੋਂ ਭਰ ਕੇ ਗਈਆਂ। ਉਸ ਦਿਨ ਦੀ ਗਵਾਹ ਮੈਂ ਖੁਦ ਆ। ਇੱਥੇ ਤਾਂ ਗਾਂਧੀ ਵਾਲੇ ਨੋਟਾਂ ਨਾਲ ਪਿਆਰ ਆ, ਇਨਸਾਨੀਅਤ ਨਾਲ ਪਿਆਰ ਨਹੀਂ ਰਹਿ ਗਿਆ। ਦੁਨੀਆ ਤੋਂ ਰੁਖਸਤ ਹੋ ਗਈਆਂ ਇਹ ਸੁਪਨੇ ਦੇ ਨਾਲ ਕਿ ਮੇਰਾ ਪੁੱਤ ਆਊਗਾ। ਆਰਥੀਆਂ ਨੂੰ ਮੋਢਾ ਦੇਣ ਤੱਕ ਨਹੀਂ ਉਹਨਾਂ ਨੂੰ ਪਰੋਲ ਮਿਲੀ, ਤੇ ਸੌਦੇ ਸਾਧ ਨੂੰ ਪਰੋਲਾਂ ਦਿੱਤੀਆਂ ਗਈਆਂ। ਜਵਾਬ ਤਾਂ ਇਹਨਾਂ ਨੂੰ ਦੇਣੇ ਪੈਣੇ ਆ, ਇਹ ਜਵਾਬ ਤਾਂ ਮੰਗਣੇ ਆ ਇਹਨਾਂ ਤੋਂ। ਇਹ ਹਰ ਉਸ ਇਨਸਾਨ ਨੇ ਮੰਗਣੇ ਆ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦਾ। ਜਦੋਂ ਵੀ ਇਲੈਕਸ਼ਨਸ ਆਉਂਦੇ ਨੇ, ਬੰਦੀ ਸਿੰਘਾਂ ਦੀ ਰਿਹਾਈ ਉਸ ਟਾਈਮ ਤੇ ਯਾਦ ਕਿਉਂ ਆਉਂਦੀ ਆ ਕਿ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਯਾਦ ਨਹੀਂ ਆਉਂਦੀ? ਤੇ ਆਮ ਆਦਮੀ ਪਾਰਟੀ ਵੱਲੋਂ ਟਿਕਟ ਭਾਲਦੀ ਸੀ, ਇਹਨੂੰ ਟਿਕਟ ਨਹੀਂ ਮਿਲੀ, ਤੇ ਮੈਂ ਉਹਨੂੰ ਜਵਾਬ ਇਹ ਦਿੱਤਾ ਸੀ ਵੀ ਤੁਹਾਡਾ ਜਵਾਈ ਉੱਥੇ ਟਿਕਟਾਂ ਦੀ ਵੰਡ ਕਰ ਰਿਹਾ ਸੀ, ਤੇ ਉਹਨੇ ਫਿਰ ਸਹੁਰਿਆਂ ਦਾ ਪੱਖ ਹੀ ਪੂਰਨਾ ਸੀ। ਇਹ ਲੋਕ ਨਾ ਕਿਸੇ ਦਿਨ ਖੁੱਲੀ ਸੱਥ ਚਾਹਣ ਮੇਰੇ ਨਾਲ, ਮੇਰੇ ਸਵਾਲਾਂ ਦੇ ਜਵਾਬ ਦੇਣ। ਜਦੋਂ ਕਿਸੇ ਧੀ ਦੇ ਘਰ ਵਾਲਾ ਮੁੱਕ ਜਾਂਦਾ ਨਾ, ਕੋਈ ਬੁਰਕੀ ਤੋੜ ਕੇ ਮੂੰਹ 'ਚ ਨਹੀਂ ਪਾ ਕੇ ਜਾਂਦਾ, ਉਹਨੂੰ ਕਹਿ ਦਿੰਦੇ ਤੇਰਾ ਪੁੱਤ ਹੋਇਆ ਲੈ ਜਵਾਨ। ਤੇ ਉਹਨਾਂ ਨੂੰ ਇਹ ਪੁੱਛਣ ਵੀ ਪੁੱਤ 9 ਮਹੀਨਿਆਂ ਤੋਂ 18 ਸਾਲਾਂ ਤੱਕ ਜਾਂਦੇ ਨੂੰ ਕਿੰਨਾ ਸਮਾਂ ਲੱਗਦਾ? ਜਿਹੜਾ ਮਾਂ-ਬਾਪ 18 ਸਾਲ ਤੱਕ ਧੀਆਂ ਪੁੱਤਾਂ ਨੂੰ ਪਾਲਦਾ ਜੀ, ਤੇ ਉਹ 18 ਦਿਨਾਂ ਦੇ ਪਿਆਰ ਲਈ ਉਹ 18 ਸਾਲ ਦਾ ਪਿਆਰ ਠਕਰਾ ਜਾਂਦੀਆਂ ਨੇ। ਸਤਿ ਸ਼੍ਰੀ ਅਕਾਲ, ਮੈਂ ਸੁੱਖੀ ਮੰਘਾਣੀਆਂ, ਤੁਸੀਂ ਦੇਖ ਰਹੇ ਹੋ ਸਰਲੇਖ। ਜੀਰਾ ਸਾਂਝਾ ਮੋਰਚਾ ਨੂੰ ਲੈ ਕੇ ਤੇ ਪੰਜਾਬ ਦੇ ਹਰ ਉਸ ਦੁੱਖ ਦੀ ਰਗ ਦੇ ਉੱਤੇ ਬਹੁਤ ਸਾਰੇ ਲੋਕ, ਪੰਜਾਬ ਨੂੰ ਪਿਆਰ ਕਰਨ ਵਾਲੇ, ਪੰਜਾਬ ਹਤੈਸ਼ੀ ਲੋਕ ਹਮੇਸ਼ਾ ਮੁੱਦੇ ਉਠਾਉਂਦੇ ਰਹੇ ਨੇ, ਉਂਗਲਾਂ ਚੱਕਦੇ ਰਹੇ ਨੇ। ਰਮਨਦੀਪ ਕੌਰ ਮਰਖਾਈ ਨੇ ਜਿੱਥੇ ਨਿੱਜੀ ਜ਼ਿੰਦਗੀ ਦੇ ਵਿੱਚ ਪੰਜਾਬ ਦੇ ਇਸ ਸਿਸਟਮ 'ਚ ਰਹਿੰਦਿਆਂ ਹੋਇਆ ਖੁਦ ਸੰਤਾਪ ਹੰਢਾਇਆ, ਉੱਥੇ ਆਪਣੇ ਦਰਦਾਂ ਨੂੰ ਲੋਕਾਂ ਦੇ ਦਰਦਾਂ 'ਤੇ ਮੱਲਮ ਲਾਉਣ ਦਾ ਕੰਮ ਕਰਦੀ ਹੈ ਰਮਨਦੀਪ ਕੌਰ ਮਰਖਾਈ। ਅੱਜ ਬਹੁਤ ਸਾਰੇ ਇਸ਼ੂ ਨੇ, ਜੀਰੇ ਮੋਰਚੇ ਤੇ ਹੋਰ ਇਸ਼ੂ ਨੇ ਬਹੁਤ ਸਾਰੇ। ਕਰਦੇ ਹਾਂ ਗੱਲਬਾਤ ਰਮਨਦੀਪ ਕੌਰ ਮਰਖਾਈ ਦੇ ਨਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀਰਾ ਮੋਰਚਾ ਨੂੰ ਲੈ ਕੇ ਪੰਜਾਬ ਦਾ ਮੁੱਖ ਮੰਤਰੀ ਇੱਕ ਵਾਰੀ ਤਾਂ 2-3 ਮਿੰਟ ਦੀ ਵੀਡੀਓ ਦੇ ਵਿੱਚ ਇਹ ਕਹਿ ਦਿੱਤਾ ਗਿਆ ਕਿ ਅਸੀਂ ਫੈਕਟਰੀ ਬੰਦ ਕਰ ਦਾਂਗੇ ਜੀ, ਪਰ ਜਿਹੜੀਆਂ ਇਸ ਇਲਾਕੇ ਦੀਆਂ ਹੋਰ ਦੁੱਖ ਦੀਆਂ ਰਗਾਂ ਨੇ, ਉਹ ਚਾਹੇ ਭਿਆਨਕ ਬਿਮਾਰੀਆਂ ਦਾ ਮਸਲਾ ਹੋਵੇ, ਚਾਹੇ ਸਾਡੇ ਮਿੱਟੀ ਪਾਣੀ ਹਵਾ ਨੂੰ ਲੈ ਕੇ ਜਿਹੜਾ ਕੁਝ ਪਾਣਾ ਵਰਤ ਚੁੱਕਾ ਹੈ, ਸਾਡੀਆਂ ਮਾਵਾਂ ਦੀਆਂ ਕੁੱਖਾਂ ਤੱਕ ਬੰਜ਼ਰ ਕੀਤੀਆਂ ਗਈਆਂ, ਹੋਰ ਬਹੁਤ ਸਾਰੇ ਭਿਆਨਕ ਜਿਹੜੀਆਂ ਗੱਲਾਂ ਬਾਤਾਂ ਨੇ ਇਲਾਕੇ ਜੋ ਦੇਖਦੇ ਆ, ਸਟੋਰੀਆਂ ਕੀਤੀਆਂ ਨੇਗੀਆਂ, ਪਰ ਉਸ ਵਰਤਾਰੇ ਬਾਰੇ ਅਜੇ ਕਿਸੇ ਮੰਤਰੀ, ਕਿਸੇ ਕੈਬਨਿਟ ਮੰਤਰੀ ਜਾਂ ਮੁੱਖ ਮੰਤਰੀ ਸਾਹਿਬ ਦਾ ਕੋਈ ਬਿਆਨ ਦੇਖਣ ਨੂੰ ਨਹੀਂ ਮਿਲਿਆ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਆ ਵੀ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਬਿਆਨ ਤਾਂ ਦੇ ਦਿੱਤਾ ਕਿ ਅਸੀਂ ਜਿਹੜੀ ਫੈਕਟਰੀ ਬੰਦ ਕਰਦੇ ਹਾਂ, ਪਰ ਅੱਜ ਵੀ ਉਹ ਸ਼ੱਕ ਦੇ ਘੇਰੇ 'ਚ ਨੇ, ਸਵਾਲਾਂ ਦੇ ਘੇਰੇ 'ਚ ਨੇ। ਇੱਕ ਪਾਸੇ ਸੰਸਦ ਚੱਲ ਰਿਹਾ, ਦੂਜੇ ਪਾਸੇ ਇਹ ਬਿਆਨ ਆ ਰਿਹਾ। ਇਹ ਕੋਈ ਗੱਲ ਬਹੁਤੀ ਹਾਜ਼ਮ ਹੋਣ ਵਾਲੀ ਗੱਲ ਨਹੀਂ।
ਇੱਥੇ ਮੈਂ ਸਾਡੇ ਜਿੰਨੇ ਵੀ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜਾਂ ਜਿੰਨੇ ਵੀ ਸਾਡੇ ਧਰਨਾਕਾਰੀ ਵੀਰ ਨੇ ਉਹਨਾਂ ਨੂੰ ਮੈਂ ਕਹਿੰਦੀ ਹਾਂ ਸੰਜਮਤਾ ਤੇ ਹਲੀਮੀ ਦੇ ਨਾਲ ਦਿਮਾਗ ਦੇ ਨਾਲ ਸੋਚ ਕੇ ਵੇਖੋ ਤੁਸੀਂ ਇੱਕ ਇਨਸਾਨ, ਕਿਉਂਕਿ ਇਹ ਇੱਕ ਸਰਕਾਰ ਇਹੋ ਜਿਹੀ ਸਰਕਾਰ ਆਈ ਆ ਜਿਹੜੀ ਯਕਦਮ ਬੈਕਫੁੱਟ ਤੇ ਜਾਂਦੀ ਆ, ਜਿਹੜੀ ਮਿੰਟ 'ਚ ਆਪਣੇ ਬਿਆਨ ਜਿਹੜੇ ਉਹ ਬਦਲ ਲੈਂਦੀ ਆ। ਲਤੀਫਪੁਰ ਦਾ ਬਿਆਨ ਤੁਸੀਂ ਦੇਖ ਲਓ, ਜਲੰਧਰ ਦੇ ਵਿੱਚ ਕੀ ਹੋਇਆ, ਸਰਕਾਰ ਨੇ ਬਾਅਦ 'ਚ ਬਿਆਨ ਕੀ ਦਿੱਤਾ, ਪਹਿਲਾਂ ਦਾ ਬਿਆਨ ਸਰਕਾਰ ਦਾ ਕੀ ਸੀ। ਸੋ ਜਿੱਥੋਂ ਤੱਕ ਕੁੱਲ ਮਿਲਾ ਕੇ ਅਸੀਂ ਇਹ ਚੀਜ਼ ਨੂੰ ਦੇਖੀਏ ਤਾਂ ਹਜੇ ਮੈਨੂੰ ਨਹੀਂ ਲੱਗਦਾ ਸਾਨੂੰ ਇਹਨਾਂ ਤੇ ਯਕੀਨ ਕਰ ਲੈਣਾ ਚਾਹੀਦਾ। ਦੂਸਰਾ ਪੱਖ ਆ ਜਿਹੜੀ ਸਾਡੇ ਇਲਾਕੇ ਦੇ ਵਿੱਚ ਇੰਨੀਆਂ ਮਹਾ ਭਿਆਨਕ ਬਿਮਾਰੀਆਂ ਫੈਲੀਆਂ, ਉਹਨਾਂ ਦੀ ਭਰਪਾਈ ਕੀ ਇਹ ਸਰਕਾਰ ਕਰਦੀ ਆ? ਇਹ ਵੀ ਇੱਕ ਸਵਾਲੀਆ ਚਿੰਨ੍ਹ ਇਹਨਾਂ ਤੇ ਬਹੁਤ ਵੱਡਾ। ਕਿ ਜਿਹੜੇ ਇਸ ਬਿਮਾਰੀ ਦੇ ਨਾਲ ਰੁਖਸਤ ਹੋ ਗਏ, ਜਿਹੜੇ ਇਸ ਇੰਡਸਟਰੀ ਤੋਂ ਜਿਨ੍ਹਾਂ ਨੂੰ ਬਿਮਾਰੀਆਂ ਮਿਲੀਆਂ ਨੇ, ਕੀ ਉਹਨਾਂ ਦੇ ਪਰਿਵਾਰਾਂ ਨੂੰ ਇਹ ਕੋਈ ਗਵਰਨਮੈਂਟ ਜੌਬ ਪ੍ਰੋਵਾਈਡ ਕਰਾਉਂਦੀ ਆ, ਕੋਈ ਸਹੂਲਤਾਂ ਦਿੰਦੀ ਆ? ਕਿ ਜਿਹੜੀਆਂ ਭੈਣਾਂ ਜਿਨ੍ਹਾਂ ਦੇ ਦੇਖੋ ਜਿਹੜਾ ਟਿਊਮਰ ਆ ਇਹ ਨਾਰਮਲ ਹੋ ਗਿਆ ਸਾਡੇ, ਕੈਂਸਰ ਆ ਜਿਹੜਾ ਨਾਰਮਲ ਆ, ਮਾਲਵਾ ਖੇਤਰ ਨੂੰ ਕੈਂਸਰ ਨੇ ਬਹੁਤ ਆਪਦੀ ਗ੍ਰਿਫਤ ਦੇ ਵਿੱਚ ਲਿਆ ਹੋਇਆ, ਜਿਹਦੇ ਵਿੱਚ ਮੈਨੂੰ ਲੱਗਦਾ ਕਿ ਜਿਹੜੇ ਇਹ ਸਰਕਾਰ ਦੁਆਰਾ ਪਹਿਲਾਂ ਅੰਕੜੇ ਕਢਵਾਏ ਗਏ ਸੀਗੇ, ਮੈਂ ਨਾ ਭੁੱਲਦੀ ਹੋਵਾਂ ਤੇ ਮੈਨੂੰ ਲੱਗਦਾ 1 ਤੋਂ 2 ਪੇਸ਼ੈਂਟ ਪਿੰਡ ਦੇ ਸੀ, ਤੇ ਮੈਨੂੰ ਲੱਗਦਾ 1 ਤੋਂ ਦੂਜਾ ਘਰ ਆ, 1 ਤੋਂ ਦੂਜਾ ਘਰ ਆ, 1 ਤੋਂ 2 ਪੇਸ਼ੈਂਟ ਨਹੀਂ। ਜੇ 1100 ਦੀ ਆਬਾਦੀ ਆ, 1000 ਦੀ ਆਬਾਦੀ ਆ, ਤਾਂ ਉੱਥੇ ਕਈ ਸੈਂਕੜੇ ਜਿਹੜੇ ਕੈਂਸਰ ਦੇ ਹੈਪੇਟਾਈਟਸ ਸੀ ਦੇ ਪੇਸ਼ੈਂਟ ਪਾਏ ਗਏ ਆ। ਹੋਰ ਤਾਂ ਹੋਰ ਮੈਨੂੰ ਹੈਰਾਨੀ ਆ ਵੀ ਜਿਹੜੇ ਕਰਿੰਦੇ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀ, ਕੰਮ ਕਰਨ ਦੇ ਦੌਰਾਨ ਉਹਨਾਂ ਨੂੰ ਬਿਮਾਰੀਆਂ ਲੱਗੀਆਂ, ਉਹ ਵੀਰ ਚੂਕ ਕੇ ਇਸ ਦੁਨੀਆ ਤੋਂ ਰੁਖਸਤ ਹੋ ਗਏ। ਕੀ ਮਲਹੋਤਰੇ ਨੇ ਉਹਨਾਂ ਨੂੰ ਕੋਈ ਮੁਆਵਜ਼ਾ ਦਿੱਤਾ? ਕੀ ਮਲਹੋਤਰੇ ਨੇ ਉਹਨਾਂ ਦੀ ਫੈਮਿਲੀ ਬਾਰੇ, ਇਸ ਇੰਡਸਟਰੀ ਨੇ ਕੁਝ ਸੋਚਿਆ? ਕੀ ਸਰਕਾਰ ਇਹ ਚੀਜ਼ ਦੀ ਭਰਪਾਈ ਕਰੂਗੀ? ਸਵਾਲ ਤਾਂ ਬਹੁਤ ਨੇ ਜ਼ਿਹਨ ਦੇ ਵਿੱਚ। ਗੱਲ ਤਾਂ ਇਹ ਨਾ ਵੀ ਪੂਰੇ ਕਦੋਂ ਹੁੰਦੇ ਆ, ਉਹ ਚੀਜ਼ ਨੂੰ ਦੇਖਿਆ ਜਾਊਗਾ। ਇੱਕ ਕਹਿ ਕੇ ਰੰਗਲਾ ਪੰਜਾਬ ਬਣਾਉਣ ਦੀ ਜਾਂ ਇੱਕ ਕਹਿ ਕੇ ਗੱਲ ਕਰਨ ਦੇ ਨਹੀਂ। ਹੁਣ ਤੁਰੇ ਜਾਂਦੇ ਬਿਆਨ ਤਾਂ ਅਸੀਂ ਵੀ ਦੇ ਜਾਾਂਗੇ, ਹਾਂਜੀ ਫਲਾਨਾ ਕੰਮ ਆਈ ਨਹੀਂ, ਆਏ ਹੋਣਾ ਚਾਹੀਦਾ, ਪਰ ਜਿੰਨੀ ਦੇਰ ਤੱਕ ਉਹ ਰਿਟਰਨ ਦੇ ਵਿੱਚ ਨਹੀਂ ਹੁੰਦਾ, ਜਿਹੜੀ ਇਹ ਇੰਡਸਟਰੀ ਹੈ ਸੀਲ ਨਹੀਂ ਕੀਤੀ ਜਾਂਦੀ, ਫੈਕਟਰੀ ਮਾਲਬਰੋਜ਼ ਆ ਜਿਹੜੀ, ਇਹਨੂੰ ਸੀਲ ਨਹੀਂ ਕਰ ਦਿੱਤਾ ਜਾਂਦਾ, ਰਿਟਰਨ ਦੇ ਵਿੱਚ ਨਹੀਂ ਦਿੱਤਾ ਜਾਂਦਾ। ਜਿਹੜੇ FIRਾਂ ਹੋਈਆਂ ਨੇ ਜਿਹਦੇ ਵਿੱਚ ਬਹੁਤ ਹੀ ਸਾਨੂੰ ਕ੍ਰਿਮੀਨਲ ਕਰਕੇ ਪੇਸ਼ ਕੀਤਾ ਗਿਆ ਸਾਡੇ ਚਰਿੱਤਰ ਨੂੰ, ਜਦੋਂ ਕਿ ਸਾਡੇ ਹੱਥ ਦੇ ਵਿੱਚ ਨਾ ਤਾਂ ਡੰਡਾ ਸੀ ਨਾ ਝੰਡਾ ਸੀ, ਤੇ ਨਜਾਇਜ਼ ਹਥਿਆਰਾਂ ਦੀਆਂ ਜਿਹੜੀਆਂ ਸਾਡੇ ਤੇ ਧਰਾਵਾਂ ਠੋਕੀਆਂ, ਕਿ ਇਹਨਾਂ ਚੀਜ਼ਾਂ ਦੀਆਂ ਜਿਹੜੀਆਂ ਸਾਨੂੰ ਮਾਨਸਿਕ ਤੌਰ ਤੇ ਵੀ ਠੇਸਾਂ ਪਹੁੰਚਾਈਆਂ ਗਈਆਂ ਨੇ, ਕੀ ਇਹ ਭਰਪਾਈਆਂ ਕਰੂਗੀ ਇਹ ਸਰਕਾਰ? ਸੋ ਸਵਾਲ ਬਹੁਤ ਨੇ। ਇੱਕ ਤਾਂ ਉਹ ਲੋਕ ਨੇ ਜਿਹੜੇ ਇਸ ਫੈਕਟਰੀ ਕਰਕੇ ਭਿਆਨਕ ਬਿਮਾਰੀਆਂ ਕਾਰਨ ਜੂਝ ਰਹੇ ਨੇ ਜਾਂ ਮਰ ਚੁੱਕੇ ਨੇ, ਉਹਨਾਂ ਦੇ ਮੁਆਵਜ਼ੇ, ਉਹਨਾਂ ਦੇ ਪਰਿਵਾਰ ਨੂੰ ਨੌਕਰੀਆਂ। ਦੂਸਰੀ ਵੱਡੀ ਸਮੱਸਿਆ ਜਿਹੜੀ ਦੇਖਣ ਨੂੰ ਮਿਲੀ, ਹੁਣ ਫੈਕਟਰੀ ਬੰਦ ਹੋਣ ਜਾ ਰਹੀ ਹੈ, ਪਰ ਉਹਦੇ ਵਿੱਚ ਜਿਹੜੇ ਹਜ਼ਾਰਾਂ ਲੋਕ ਰੁਜ਼ਗਾਰ ਤੇ ਲੱਗੇ ਹੋਏ ਸੀ, ਉਹਦਾ ਕੀ ਕਰਨਾ ਸੋਚਦੇ ਹੋ? ਵੀ ਸਰਕਾਰ ਨੂੰ ਕੀ ਕਰਨਾ ਚਾਹੀਦਾ ਜਾਂ ਫੈਕਟਰੀ ਲਈ ਕੀ ਕਰਨਾ ਚਾਹੀਦਾ? ਦੇਖੋ ਜੀ, ਮੈਂ ਉਸ ਦਿਨ ਵੀ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦੇਖੋ ਉਹਨਾਂ ਦੇ ਨਾਲ ਨਾ ਕੋਈ ਸਾਡੀ ਦੁਸ਼ਮਣੀ ਸੀ, ਨਾ ਵੈਰ ਸੀ, ਨਾ ਵਿਰੋਧ ਸੀ, ਕਿਉਂਕਿ ਅੱਜ ਮਹਿੰਗਾਈ ਨੇ ਲੱਕ ਇੰਨਾ ਕੁ ਤੋੜਤਾ ਨਾ, ਜੇ ਸਵੇਰ ਤੋਂ ਤੁਸੀਂ 4 ਪੈਸੇ ਕਮਾ ਕੇ ਲਿਆਓਗੇ ਤਾਂ ਸ਼ਾਮ ਨੂੰ ਤੁਹਾਡਾ ਚੁੱਲ੍ਹਾ ਬਲਣਾ, ਇਹ ਕਲੀਅਰ ਆ। ਸੋ ਮੈਂ ਉੱਥੇ ਵੀ ਕਾਫੀ ਮੇਰੇ ਪੱਤਰਕਾਰ ਵੀਰਾਂ ਨੇ ਸਵਾਲ ਕੀਤਾ ਸੀਗਾ, ਤੇ ਮੈਂ ਉੱਥੇ ਵੀ ਜਵਾਬ ਦਿੱਤਾ ਸੀ ਵੀ ਨਾਲ ਹੀ ਖੰਡ ਮਿੱਲ ਪਈ ਆ ਸਾਡੀ, ਉਹਨੂੰ ਚਲਾਓ, ਪਹਿਲ ਦੇ ਆਧਾਰ ਤੇ ਉਹਨਾਂ ਕਰਿੰਦਿਆਂ ਨੂੰ ਰੁਜ਼ਗਾਰ ਦਿੱਤਾ ਜਾਵੇ ਜਿਹੜੇ ਇਸ ਫੈਕਟਰੀ ਦੇ ਵਿੱਚ ਸੀ। ਸਰਕਾਰ ਨੂੰ ਇਹ ਚੀਜ਼ ਕਰ ਲੈਣੀ ਚਾਹੀਦੀ ਆ। ਨਹੀਂ ਹੋਰ ਕਿਹੜਾ ਕਿਤੇ ਨਹੀਂ ਹੈਗੇ, ਇਸ ਇੰਡਸਟਰੀ ਨੂੰ ਕਨਵੈਂਟ ਕੀਤਾ ਜਾ ਸਕਦਾ ਹੋਰ ਇੰਡਸਟਰੀ ਦੇ ਵਿੱਚ, ਉਸ ਇੰਡਸਟਰੀ ਦੇ ਵਿੱਚ ਜਿਹੜੀ ਸਾਡੇ ਵਾਤਾਵਰਨ ਨੂੰ ਪੋਲਿਊਟ ਨਾ ਕਰਦੀ ਹੋਵੇ, ਸਾਡੇ ਪਾਣੀ ਨੂੰ ਗੰਦਲਾ ਨਾ ਕਰਦੀ ਹੋਵੇ, ਸਾਡੇ ਆਲੇ ਦੁਆਲੇ ਨੂੰ ਜਿਹੜੀ ਆ ਉਹ ਕੋਈ ਇਸ ਤਰ੍ਹਾਂ ਦੀਆਂ ਮਹਾ ਭਿਆਨਕ ਬਿਮਾਰੀਆਂ ਨਾ ਬਣ ਜਾਣ। ਤੁਹਾਡੇ ਤੇ ਜਿਹੜੇ ਪਰਚੇ ਪਾਏ ਗਏ ਉਹ ਪਰਚਿਆਂ ਦੀ ਅੱਜ ਜਿਹੜਾ ਸਟੇਟਸ ਹੈ ਕੀ ਹੈ? ਰੱਦ ਹੋ ਗਏ? ਰੱਦ ਮੈਨੂੰ ਲੱਗਦਾ ਨਹੀਂ ਵੀ ਜੇ ਹੋਏ ਨੇ ਜਾਂ ਨਾ ਹੀ ਗੱਲਬਾਤ ਚੱਲੀ ਕੋਈ ਅਜੇ ਤੱਕ। ਨਹੀਂ ਜੀ, ਬਿਲਕੁਲ ਨਹੀਂ ਰੱਦ ਹੋਏ ਪਰਚੇ। ਸੋ ਦੇਖੋ ਮੈਂ ਤੁਹਾਨੂੰ ਦੱਸਦੀ ਹਾਂ, ਉਹਨਾਂ ਪਰਚਿਆਂ ਦੀ ਬੈਕਗਰਾਉਂਡ ਦੀ ਵੀ ਇੱਕ ਸਟੋਰੀ ਆ। ਸਾਡੇ ਤੇ ਪਰਚੇ FIR ਹੋਣ ਤੋਂ ਪਹਿਲਾਂ 1 ਦਿਨ ਪਹਿਲਾਂ 5 ਨੌਜਵਾਨ ਆ ਜਿਹੜੇ ਉਹ ਧਰਨੇ ਦੇ ਚੱਕੇ ਜਾਂਦੇ ਨੇ, ਚੱਕ ਕੇ ਪੁਲਿਸ ਉਹਨਾਂ ਨੂੰ ਲੈ ਜਾਂਦੀ ਆ, ਉਹਨਾਂ ਦਾ ਕੋਈ ਥੋ ਪਤਾ ਨਹੀਂ। ਰਾਤ ਨੂੰ 8, 8:30 ਦੇ ਕਰੀਬ ਮੈਨੂੰ ਕਾਲ ਆਉਂਦੀ ਆ
ਵੀਰ ਜੀ ਸੁਖਦੇਵ ਸਿੰਘ ਹੁਰੀ ਆ ਜਾਂਦੇ ਆ, ਅਸੀਂ ਜੀਰੇ, ਸਦਰ ਥਾਣਾ, ਸਿਟੀ ਥਾਣਾ, CI ਸਟਾਫ ਜਾਂਦੇ ਆ, ਪਰ ਸਾਨੂੰ ਉਹਨਾਂ ਬੱਚਿਆਂ ਦਾ ਪਤਾ ਨਹੀਂ ਲੱਗਦਾ ਜੀ। ਹੌਲੀ ਹੌਲੀ ਸਾਨੂੰ ਵਿੱਚੋਂ ਹੀ ਕਈਆਂ ਦੇ ਵਿੱਚ ਰੱਬ ਵਸਦਾ ਕਹਿ ਲਓ ਜੀ ਜੀ ਜੀ। ਮੁਲਾਜ਼ਮਾਂ ਵੱਲੋਂ ਦੱਸਿਆ ਜਾਂਦਾ, ਥੋੜਾ ਜਿਹਾ ਸਾਨੂੰ ਸਰਾਗ ਮਿਲਦਾ ਵੀ ਉਹ ਤਲਵੰਡੀ ਭਾਈ ਥਾਣੇ 'ਚ ਹੈ ਜੀ। ਅਸੀਂ ਤਲਵੰਡੀ ਭਾਈ ਜਾਂਦੇ ਆ, ਪ੍ਰਾਈਵੇਟ ਗੱਡੀਆਂ ਦੇ ਵਿੱਚ ਉਹ ਨੌਜਵਾਨਾਂ ਨੂੰ ਉੱਥੋਂ ਚੱਕ ਕੇ ਕਨਵੈਂਟ ਜਾਂ ਫਿਰੋਜ਼ਪੁਰ ਤੱਕ ਕੀਤਾ ਜਾਂਦਾ, ਸਾਨੂੰ ਦੱਸਿਆ ਤੱਕ ਵੀ ਨਹੀਂ ਜਾਂਦਾ। ਜਦੋਂ ਉਹਨਾਂ ਬੱਚਿਆਂ ਲਈ ਅਸੀਂ ਰਾਤ ਨੂੰ ਜਹਿਦ ਕੀਤੀ 1:30 ਵਜੇ ਤੱਕ, ਤਾਂ ਪ੍ਰਸ਼ਾਸਨ ਨੂੰ ਪਤਾ ਲੱਗ ਗਿਆ, ਸਰਕਾਰ ਨੂੰ ਪਤਾ ਲੱਗ ਗਿਆ ਵੀ ਜੇ ਕੱਲ ਨੂੰ FIRਾਂ ਹੋਰਾਂ ਤੇ ਹੁੰਦੀਆਂ ਤੇ ਇਹੀ ਬੰਦੇ ਅੱਗੇ ਆ ਕੇ ਉਹਨਾਂ ਬੰਦਿਆਂ ਨੂੰ ਲੈਣਗੇ। ਜੀ ਜੀ। ਅਗਲੇ ਦਿਨ ਜਦੋਂ ਕਾਲ ਆਉਂਦੀ ਆ, ਪ੍ਰਸ਼ਾਸਨ ਨਾਲ ਗੱਲ ਹੁੰਦੀ ਆ ਤੇ 12 ਵਜੇ ਉਹ ਸਾਡੇ ਨਾਲ ਕਮੈਂਟਮੈਂਟ ਕਰ ਲੈਂਦੇ ਕਿ ਅਸੀਂ ਤੁਹਾਡੇ ਜਿਹੜੇ ਬੰਦੇ ਆ ਉਹ ਰਿਹਾ ਕਰ ਦਾਂਗੇ। ਕੁਲਦੀਪ ਸਿੰਘ ਧਾਲੀਵਾਲ ਪੰਚਾਇਤ ਮੰਤਰੀ ਜਦੋਂ ਪਹੁੰਚਦੇ ਨੇ ਤੇ ਇਹ ਗੱਲ ਉਸੇ ਸਟੇਜ ਤੋਂ ਅਨਾਉਂਸ ਕੀਤੀ ਜਾਂਦੀ ਹੈ ਕਿ ਹਰ ਇੱਕ ਬੰਦੇ ਦਾ ਕਾਨੂੰਨਨ ਅਧਿਕਾਰ ਆ ਕਿ ਉਹ ਸਵਾਲ ਕਰ ਸਕਦਾ। ਜੀ ਜੀ। ਕਿਉਂਕਿ ਇਹ ਲੋਕਤੰਤਰੀ ਰਾਜ ਹੈ। ਮੇਰੇ ਵੱਲੋਂ ਤੇ ਪਰਮਜੀਤ ਮੁੱਦਕੀ ਵੱਲੋਂ ਜਿਹੜੇ ਸਵਾਲ ਕੀਤੇ ਗਏ ਧਾਲੀਵਾਲ ਸਾਹਿਬ ਨੂੰ, ਉਹਨਾਂ ਸਵਾਲਾਂ ਤੋਂ ਚਿੜ ਇਸ ਤਰ੍ਹਾਂ ਦੀ ਪਈ ਕਿ ਤੜਕੇ 4:30 ਵਜੇ ਨੂੰ ਸਾਡੇ ਤੇ ਬਾਏ ਨੇਮ ਜਿਹੜੀਆਂ FIRਾਂ ਕਰ ਦਿੱਤੀਆਂ ਗਈਆਂ। ਮੈਂ ਉਸ ਟਾਈਮ ਤੇ ਹੀ ਕਹਿਤਾ ਸੀ, ਕਿਉਂਕਿ ਜ਼ਿੰਦਗੀ ਦਾ ਤਜਰਬਾ ਹੋ ਜਾਂਦਾ ਜਦੋਂ ਵੱਖ-ਵੱਖ ਖੇਤਰਾਂ ਦੇ ਵਿੱਚ ਨਸ਼ੇ ਨੂੰ ਲੈ ਕੇ ਵਾਹ ਪੈਂਦਾ ਰਹਿੰਦਾ ਪ੍ਰਸ਼ਾਸਨ ਦੇ ਨਾਲ। ਜੀ ਜੀ। ਸੋ ਧਾਲੀਵਾਲ ਸਾਹਿਬ ਉੱਥੇ ਕਹਿੰਦੇ ਨੇ ਕਿ ਅਸੀਂ ਇਹ ਪਰਚੇ ਵੀ ਰੱਦ ਕਰਾਂਗੇ ਤੇ ਅਸੀਂ ਤੁਹਾਡੀ ਪਿੱਠ ਪਿੱਛੇ ਖੜੇ ਆ। ਤੇ ਉਹ ਪਿੱਠ ਪਿੱਛੇ ਖੜਨ ਦਾ ਮਤਲਬ ਸਾਨੂੰ ਅਗਲੀ ਸਵੇਰ ਪਤਾ ਲੱਗਦਾ ਜਦੋਂ 14 ਜਾਣਿਆਂ ਤੇ ਬਾਏ ਨੇਮ ਜਿਹੜੇ ਪਰਚੇ ਹੋ ਜਾਂਦੇ ਤੇ ਪੁਲਿਸ ਸਾਡੇ ਘਰਾਂ ਦੀ ਛਾਪੇਮਾਰੀ ਕਰਨ ਤੁਰ ਪੈਂਦੀ ਹੈ। ਸੋ ਗੱਲ ਇੱਥੇ ਆਉਂਦੀ ਆ ਵੀ ਇੱਕ ਪਾਸੇ ਇੰਡਸਟਰੀ ਉਹ ਆ ਜਿਹਨੇ ਜ਼ਹਿਰ ਵੰਡਿਆ, ਜਿਹਨੇ ਵਾਤਾਵਰਨ ਨੂੰ ਪੋਲਿਊਟ ਕੀਤਾ, ਹਿਊਮਨ ਬਾਡੀ ਤੋਂ ਲੈ ਕੇ ਐਨੀਮਲਸ ਪਲਾਂਟਾਂ ਤੱਕ ਜਿਹੜਾ ਉਹਦਾ ਤੈਸ਼ ਨੈਸ਼ ਕਰਤੀ। ਉਹਦੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਸਰਕਾਰ ਇਸ ਹੱਦ ਤੱਕ ਜਾ ਕੇ ਭੁਗਤੀ ਕਿ ਐਂ ਲੱਗਾ ਜਿਵੇਂ ਸਰਕਾਰਾਂ ਚੱਲਦੀਆਂ ਹੀ ਕਾਰਪੋਰੇਟ ਘਰਾਣਿਆਂ ਦੇ ਸਿਰ ਤੇ ਹੋਣ। ਲੋਕਾਂ ਨੂੰ ਇਗਨੋਰ ਕੀਤਾ ਗਿਆ। ਆਮ ਆਦਮੀ ਹੁੰਦੇ ਹੋਏ ਆਮ ਲੋਕਾਂ ਦੀ ਆਵਾਜ਼ ਨੂੰ ਦਬਾਇਆ ਗਿਆ। ਜੀ ਜੀ ਜੀ। ਤੇ ਸੋ ਇਹ ਮੰਜ਼ਰ ਸਾਰਿਆਂ ਨੇ ਦੇਖਿਆ। ਇਹਨੂੰ ਕੀ ਮੰਨਦੇ ਹੋ ਕਿ ਮੁੱਖ ਮੰਤਰੀ ਪੰਜਾਬ ਅੱਜ ਪੰਜਾਬ ਨਾਲ ਖੜਿਆ ਹੈ ਜਾਂ ਦਬਾਅ ਦੇ ਤਹਿਤ ਹੀ ਫੈਸਲਾ ਹੋਇਆ ਹੈ? ਕਿਉਂਕਿ ਉਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਹੀ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਬਿਆਨ ਨੂੰ ਦੇਖ ਲਈਏ, ਸੰਤ ਸੀਚੇਵਾਲ ਦੀਆਂ ਉਹ ਗੱਲਾਂ ਦੇਖ ਲਈਏ, ਕਿ ਇਸ ਵਰਤਾਰੇ ਨੂੰ ਕਿਵੇਂ ਦੇਖਦੇ ਹੋ? ਦੇਖੋ ਜੀ, ਬਿਲਕੁਲ ਦਬਾਅ ਇਹਨਾਂ ਨੂੰ ਇਹ ਹੈ ਕਿ ਸਰਕਾਰ ਨਵੀਂ ਆਈ ਸੀ ਪੰਜਾਬ ਦੇ ਵਿੱਚ, ਕਿਉਂਕਿ ਸਰਕਾਰ ਦੀਆਂ ਹਜੇ ਗਰਾਊਂਡ ਲੈਵਲ ਤੱਕ ਜੜ੍ਹਾਂ ਨਹੀਂ ਸੀ। ਸਰਕਾਰ ਹਜੇ ਉੱਤੇ ਆ, ਹਜੇ ਨਾ ਤਾਂ ਪਿੰਡਾਂ 'ਚ ਇਹਨਾਂ ਦੇ ਦਬਾਅ ਸੀ, ਨਾ ਬਲਾਕ ਸੰਮਤੀ ਦੇ ਵਿੱਚ ਇਹਨਾਂ ਦੇ ਦਬਾਅ ਸੀ। ਇਹਨਾਂ ਨੇ ਜਦੋਂ ਇਹਨਾਂ ਦੇ ਵਿਧਾਇਕਾਂ ਨੇ ਜਾ ਕੇ ਉੱਥੇ ਇਹ ਗੱਲ ਕਹੀ ਨਾ ਵੀ ਸਾਡੇ ਏਰੀਏ ਦੇ ਵਿੱਚ ਬਹੁਤ ਵੱਡੀ ਹਾਹਾਕਾਰ ਮੱਚ ਗਈ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਬਹੁਤ ਭਾਰੀ ਸਮੱਸਿਆਵਾਂ ਦਾ ਜਿਹੜਾ ਸਾਹਮਣਾ ਕਰਨਾ ਪਊ। ਇਹ 100% ਦਬਾਅ ਦੇ ਤਹਿਤ ਹੀ ਹੋਇਆ। ਜੇ ਅਸੀਂ ਕਹੀਏ ਸਾਡੇ ਨਾਲ ਹਮਦਰਦੀ ਨੂੰ ਲੈ ਕੇ ਹੋਇਆ, ਤਾਂ ਮੈਨੂੰ ਲੱਗਦਾ ਜੇ ਹਮਦਰਦੀ ਜਤਾਉਣੀ ਹੁੰਦੀ ਤਾਂ ਸੰਤ ਸੀਚੇਵਾਲ ਜਿਹੜੇ ਵਾਤਾਵਰਨ ਪ੍ਰੇਮੀ ਨੇ, ਜਿਨ੍ਹਾਂ ਨੂੰ ਮੈਂ ਆਪਦਾ ਰੋਲ ਮਾਡਲ ਮੰਨਦੀ ਸੀ, ਤੇ ਸਭ ਤੋਂ ਪਹਿਲਾਂ ਉਹਨਾਂ ਦੇ ਬਿਆਨ ਤੇ ਬੋਲੀ ਵੀ ਮੈਂ ਹੀ ਆ, ਜਿਹੜੇ ਕਹਿੰਦੇ ਕਿ ਸਾਨੂੰ ਪਤਾ ਹੀ ਨਹੀਂ ਇਹ ਬੋਤਲਾਂ ਪਾਣੀ ਦੀਆਂ ਕਿੱਥੋਂ ਭਰ ਕੇ ਗਈਆਂ। ਉਸ ਦਿਨ ਦੀ ਗਵਾਹ ਮੈਂ ਖੁਦ ਆ, ਕਿਉਂਕਿ ਅਸੀਂ ਆਪ ਭਰਾਈਆਂ, ਸੀਚੇਵਾਲ ਸਾਹਿਬ ਨੇ ਨਾਲ ਭਰੀਆਂ ਨੇ। ਤੇ ਉਹਨਾਂ ਚੀਜ਼ਾਂ ਨੂੰ ਇਗਨੋਰ, ਇੱਥੇ ਤਾਂ ਇਹ ਆ ਗਿਆ ਨਾ ਵੀ ਸੱਤਾ ਦਾ ਨਸ਼ਾ ਭਰੂ ਆ। ਜਦੋਂ ਅਸੀਂ ਉਸ ਕੁਰਸੀ ਦੇ ਉੱਤੇ ਬਹਿ ਗਏ ਉਦੋਂ ਅਸੀਂ ਇਨਸਾਨੀਅਤ ਨੂੰ ਭੁੱਲ ਗਏ। ਜੀ ਜੀ। ਸੋ ਅੱਜ ਜੇ ਵਾਤਾਵਰਨ ਪ੍ਰੇਮੀ ਵੀ ਕਾਰਪੋਰੇਟ ਘਰਾਣੇ ਦੇ ਪੱਲੜੇ ਦੇ ਵਿੱਚ ਝੁਕਦੇ ਆ ਤਾਂ ਫਿਰ ਇਹ ਸਿੱਧਾ ਸੰਪਾਸਟ ਆ। ਸਮੇਂ ਦੀ ਹੁਕਮਰਾਨ ਸਰਕਾਰ ਦਾ ਇਹ ਫੈਸਲਾ ਹੋਇਆ ਪਿੱਛੇ ਜੇ, ਕਹਿੰਦੇ ਵੀ ਜਿਹੜਾ ਵੀ ਨਸ਼ੇ ਦਾ ਸੁਦਾਗਰ ਹੈ, ਨਸ਼ੇ ਦਾ ਕੋਈ ਤਸਕਰ ਹੈ, ਅਸੀਂ ਉਹਦੀ ਪ੍ਰਾਪਰਟੀ, ਅਸੀਂ ਉਹਦੀ ਜ਼ਮੀਨਾਂ ਦੀ ਜਿਹੜੀ ਨਿਲਾਮੀ ਕਰ ਦਾਂਗੇ ਜੀ, ਕੁਰਕ ਕਰ ਦਾਂਗੇ ਜੀ। ਤੁਸੀਂ ਚਿੱਟੇ ਲੜਾਈ ਲੜ ਰਹੇ ਹੋ, ਤੁਹਾਡੇ ਏਰੀਏ ਜਾਂ ਤੁਹਾਡੀ ਨਜ਼ਰ ਦੇ ਵਿੱਚ ਕੋਈ ਅਜਿਹਾ ਤਸਕਰ ਜਿਹਦੀ ਹੁਣ ਤੱਕ ਸਰਕਾਰ ਨੇ ਜ਼ਮੀਨ ਕੁਰਕ ਕਰਤੀ ਹੋਵੇ, ਉਹਦੀ ਪ੍ਰਾਪਰਟੀ ਜ਼ਬਤ ਕੀਤੀ ਹੋਵੇ ਜਾਂ ਉਹਨੂੰ ਫੜ ਕੇ ਅੰਦਰ ਕੀਤਾ ਹੋਵੇ ਵੱਡੇ? ਬਿਲਕੁਲ ਨਹੀਂ ਜੀ। ਡੋਲੇ ਵਾਲੇ 'ਚ ਦੇਖ ਲਓ ਤੁਸੀਂ, ਆ ਕੱਚਰਪਾਨ ਏਰੀਆ ਦੇਖ ਲਓ ਤੁਸੀਂ ਜੀ, ਹਰਦਾਸਾ ਦੇਖ ਲਓ। ਕੱਲ ਹੀ ਮੈਨੂੰ ਧਰਨੇ ਦੇ ਵਿੱਚ ਪਰਸੋਂ ਨੌਜਵਾਨ ਮੁੰਡਾ ਮਿਲਿਆ, ਕਹਿੰਦਾ ਭੈਣੇ ਉਦੋਂ ਤੁਸੀਂ ਆਏ ਸੀ ਤੇ ਕਾਫੀ ਠੱਲ ਪੈ ਗਈ ਸੀ, ਫਿਰ ਤੁਸੀਂ ਆ ਨਹਿਰ ਜਾਂਦੀ ਹੈ, ਇਹਨਾਂ ਨਹਿਰਾਂ ਦੇ ਉੱਤੇ ਵੇਖ ਲਓ। ਸੋ ਮੈਨੂੰ ਨਹੀਂ ਲੱਗਦਾ ਇਹਨਾਂ ਨੇ ਕਿਸੇ ਦੀ ਕੁਰਕੀ ਕੀਤੀ ਹੈ ਜਾਂ ਕੁਛ। ਇਹ ਤਾਂ ਨਾ ਬਾਈ ਜੀ
ਅਸਲੀਅਤ ਕਹਿਣੀ ਨਹੀਂ ਚਾਹੀਦੀ ਪਰ ਕਹਿਣੀ ਪੈ ਰਹੀ ਆ, ਮੁੱਲ ਵਧਾਏ ਆਪਦੇ ਆਪਦੇ। ਕਾਲੀਆਂ ਨੇ ਬੀਜਿਆ, ਕਾਂਗਰਸ ਨੇ ਪ੍ਰਫੁੱਲਤ ਕੀਤਾ ਇਹਨੂੰ। ਕਿਤੇ ਗਲੀ ਦੇ ਇੱਕ ਘਰ 'ਚ ਵਿਕਦਾ ਸੀ, ਕਾਂਗਰਸ ਵਾਰੀ ਚੌਹਾਂ 'ਚ ਆ ਗਿਆ ਤੇ ਹੁਣ ਪੂਰਾ ਮਹੱਲੇ 'ਚ ਆ ਗਿਆ। ਆ ਕੀ ਹੋਇਆ, ਇਹਨਾਂ ਨੇ ਕੈਮਰੇ ਲੈ ਕੇ ਤੁਰੇ ਸੀਗੇ। ਆ ਜੀਰੇ ਦੇ ਵਿੱਚ ਵੀਡੀਓ ਕਿੰਨੀ ਵਾਇਰਲ ਹੋਈ ਸੀਗੀ, ਜੀਰੇ ਦੇ ਮਾਛੀਆਂ ਵਾਲੀ ਬਸਤੀ ਘੋੜ ਮਹੱਲੇ ਦੀ ਕਿੰਨੀ ਵਾਇਰਲ ਹੋਈ ਸੀ। ਪ੍ਰਸ਼ਾਸਨ ਨਾਲ ਗਿਆ, ਕਹਿੰਦਾ ਦੱਸੋ, ਤੇ ਉਹ ਇੱਕ ਨੌਜਵਾਨ ਉੱਠ ਕੇ ਕਹਿੰਦਾ ਜੀ ਤੁਹਾਨੂੰ ਕਿਹੜਾ ਪਤਾ ਨਹੀਂ, ਜਿਹੜੇ ਮਹੀਨਾ ਲੈਂਦੇ ਉਹਨਾਂ ਨੂੰ ਕਿਹੜਾ ਪਤਾ ਨਹੀਂ ਕਿਹਦੇ ਘਰੇ ਨਸ਼ਾ ਵਿਕਦਾ ਕਿਹਦੇ ਘਰੇ ਨਹੀਂ ਵਿਕਦਾ। ਸੋ ਅੱਜ ਵੀ ਇਸ ਗੱਲ ਤੋਂ ਤਾਂ ਭੱਜ ਰਹੇ ਨੇ, ਸਰਕਾਰ ਦੇ ਨੁਮਾਇੰਦੇ ਵੀ ਭੱਜ ਰਹੇ ਨੇ। ਉਲਟਾ ਕਹਿਣਗੇ ਬਾਏ ਨੇਮ ਤੁਸੀਂ ਨਾਮ ਦਿਓ। ਲਓ ਅਸੀਂ ਬਾਏ ਨੇਮ ਨਾਮ ਦਿੰਨੇ ਆ। ਸਾਡੇ ਪਿੰਡਾਂ 'ਚ ਜਿਹੜੇ ਜਿਹੜੇ ਬੰਦੇ ਵੇਚਦੇ ਕੀ ਕਰੋਗੇ? ਲੈ 24 ਘੰਟਿਆਂ ਦੇ ਵਿੱਚ ਤੁਸੀਂ ਸਾਨੂੰ ਇੱਕ ਪਰਚਾ ਕਰਕੇ ਵਿਖਾ ਦਿਓ। ਕੋਈ ਨਹੀਂ ਕਰਦਾ ਭਰਾ ਜੀ। ਕਰਨਗੇ ਕੌਣ ਲੋਕ? ਇੱਥੇ ਤਾਂ ਗਾਂਧੀ ਵਾਲੇ ਨੋਟਾਂ ਨਾਲ ਪਿਆਰ ਆ, ਇਨਸਾਨੀਅਤ ਨਾਲ ਪਿਆਰ ਨਹੀਂ ਰਹਿ ਗਿਆ। ਜੇ ਇਨਸਾਨੀਅਤ ਦੇ ਨਾਲ ਪਿਆਰ ਹੁੰਦਾ, ਕੁਦਰਤ ਦੇ ਨਾਲ ਪਿਆਰ ਹੁੰਦਾ, ਫਿਰ ਐਡੀਆਂ ਚਪੇੜਾਂ ਨਹੀਂ ਸੀ ਸਾਨੂੰ ਮੂੰਹਾਂ ਤੇ ਖਾਣੀਆਂ ਪੈਂਦੀਆਂ। ਤੁਸੀਂ ਸ਼੍ਰੋਮਣੀ ਅਕਾਲੀ ਦਲ ਨਾਲ, ਤੁਹਾਡਾ ਪਰਿਵਾਰਕ ਪਿਛੋਕੜ ਅਕਾਲੀ ਦਲ ਦਾ ਜੁੜਿਆ ਹੋਇਆ, ਤੁਸੀਂ ਬਹੁਤ ਸਾਰੇ ਗੱਲਾਂ ਵੀ ਅਕਸਰ ਦੱਸਦੇ ਰਹਿੰਦੇ ਹੋ। ਅੱਜ ਜਿਉਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੌਮੀ ਇਨਸਾਫ ਮੋਰਚਾ, ਇੱਕ ਇਹ ਮੋਰਚਾ ਹੈ, ਇੱਕ ਮੁਹਾਲੀ ਲੱਗ ਚੁੱਕਾ ਮੋਰਚਾ, ਉੱਥੇ ਜਿਉਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਉੱਥੇ ਪਹੁੰਚਦੇ ਨੇ ਜੀ, ਉਦੋਂ ਬਾਅਦ ਉਹ ਪ੍ਰੈਸ ਕਾਨਫਰੰਸ ਕਰਦੇ ਨੇ ਵੀ ਸਾਨੂੰ ਬੁਲਾਇਆ ਗਿਆ ਸੀ ਪਰ ਸਾਡੇ ਤੇ ਇਹ ਸਭ ਕੁਝ ਕੀਤਾ ਗਿਆ, ਇਹਦੇ ਤੇ ਕੌਮੀ ਇਨਸਾਫ ਮੋਰਚਾ ਕਿਸ ਤਰ੍ਹਾਂ ਦਾ ਜਿਹੜਾ ਸਟੈਂਡ ਹੈ ਉਹ ਸ਼ੋਅ ਕਰੇ। ਪਰ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਵੀ ਅਸੀਂ ਕਿਹਾ ਸੀ ਵੀ ਨਾ ਆਓ। ਦੇਖੋ ਬਾਈ ਜੀ, ਇਹ ਸਾਡੀ ਨਾ ਫਿਰੋਜ਼ਪੁਰ ਦੇ ਵਿੱਚ ਮੀਟਿੰਗ ਹੋਈ ਸੀ ਇਹ ਮੋਰਚਾ ਲੱਗਣ ਤੋਂ ਪਹਿਲਾਂ। ਮੈਂ ਵੀ ਸਹਿਮਤੀ ਦਿੱਤੀ ਕੌਮੀ ਇਨਸਾਫ ਮੋਰਚਾ, ਹਾਂਜੀ ਜੀ, ਜਿਹੜਾ ਚੰਡੀਗੜ੍ਹ ਦੇ ਵਿੱਚ ਲਾਇਆ। ਪਹਿਲਾਂ ਸਾਡੀ ਇੱਥੇ ਮੀਟਿੰਗ ਹੋਈ ਆ ਸਾਰੀਆਂ ਜਥੇਬੰਦੀਆਂ ਦੀਆਂ, ਮੈਂ ਵੀ ਉਹਦੇ ਵਿੱਚ ਮੈਂਬਰ ਆ। ਸੋ ਗੱਲ ਦੇਖੋ, ਇਹ ਤਾਂ ਬਹੁਤ ਵੱਡਾ ਦੁਖਾਂਤ ਆ ਨਾ। ਸਾਡੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕਿਹੜੇ ਰਾਜ ਚੋਂ ਇਹ ਜਿਹੜੀ ਪਾਰਟੀ ਆਪਦੇ ਆਪ ਨੂੰ ਪੰਥਕ ਪਾਰਟੀ ਕਹਾਉਂਦੀ ਸੀ, ਅੰਨੇਵਾਹ ਗੋਲੀ ਚਲਾਈ ਗਈ। ਕਿਹੜੇ ਰਾਜ 'ਚ ਚਲਾਈ ਗਈ? ਜਿਹੜੀ ਪਾਰਟੀ ਆਪਦੇ ਆਪ ਨੂੰ ਪੰਥਕ ਹੋਣ ਦੇ ਦਾਅਵੇਦਾਰ ਅਖਵਾਉਂਦੀ ਸੀ। ਅੱਛਾ, 328 ਸਰੂਪ ਗਾਇਬ ਹੋ ਗਏ। ਕੀ ਇਹ ਸ਼੍ਰੋਮਣੀ ਕਮੇਟੀ ਇਹਦਾ ਜਵਾਬ ਨਹੀਂ ਦੇ ਸਕਦੀ? ਕਿੱਥੇ ਗਏ, ਕਿਵੇਂ ਗਏ? ਜੇ ਉਹ ਛਪੇ ਨਹੀਂ ਤਾਂ ਉਹਨਾਂ ਦਾ ਜਿਹੜਾ ਲੇਖਾ ਜੋਖਾ ਕਿਉਂ ਪਾਇਆ ਗਿਆ? ਜੇ ਉਹ ਛਪੇ ਸੀ ਉਹ ਕਿੱਥੇ ਚਲੇ ਗਏ? ਅੱਛਾ, ਬਾਈਬਲ ਗੋਲੀ ਕਾਂਡ ਨਾ ਉਹਦਾ ਕੁਛ ਬਣਿਆ। ਅੱਛਾ, ਜਿਹੜੇ ਤਾਂ ਦੇਖੋ ਰਾਜੀਵ ਗਾਂਧੀ ਵਰਗਿਆਂ ਦੇ ਹਥਿਆਰੇ ਸੀ ਜਾਂ ਦੂਜੇ ਤੀਜੇ ਸੀ, ਉਹ ਤਾਂ ਬਾਹਰ ਆ ਗਏ। ਅੱਛਾ, ਜਿਹੜੇ ਸਿੰਘ ਜਿਨ੍ਹਾਂ ਨੇ ਕੌਮ ਦੀ ਰਾਖੀ ਕੀਤੀ, ਜਿਨ੍ਹਾਂ ਨੇ ਕੌਮ ਲਈ ਜੇਲ੍ਹਾਂ 'ਚ ਗਏ, ਜਿਨ੍ਹਾਂ ਨੇ ਸਜ਼ਾਵਾਂ ਲੋੜ ਤੋਂ ਵੀ ਵੱਧ ਭੁਗਤ ਲਈਆਂ, ਮਾਵਾਂ ਦੁਨੀਆ ਤੋਂ ਰੁਖਸਤ ਹੋ ਗਈਆਂ ਇਹ ਸੁਪਨੇ ਦੇ ਨਾਲ ਕਿ ਮੇਰਾ ਪੁੱਤ ਆਊਗਾ। ਆਰਥੀਆਂ ਨੂੰ ਮੋਢਾ ਦੇਣ ਤੱਕ ਨਹੀਂ ਉਹਨਾਂ ਨੂੰ ਪਰੋਲ ਮਿਲੀ ਤੇ ਸੌਦੇ ਸਾਧ ਨੂੰ ਪਰੋਲਾਂ ਦਿੱਤੀਆਂ ਗਈਆਂ। ਜਵਾਬ ਤਾਂ ਇਹਨਾਂ ਨੂੰ ਦੇਣੇ ਪੈਣੇ ਆ, ਇਹ ਜਵਾਬ ਤਾਂ ਮੰਗਣੇ ਆ ਇਹਨਾਂ ਤੋਂ। ਇਹ ਹਰ ਉਸ ਇਨਸਾਨ ਨੇ ਮੰਗਣੇ ਆ ਜਿਹੜਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਨਾਲ ਪਿਆਰ ਕਰਦਾ, ਜਿਹੜਾ ਸਿੱਖੀ ਦੇ ਨਾਲ ਪਿਆਰ ਕਰਦਾ, ਜਿਹੜਾ ਸਿੱਖ ਕੌਮ, ਦੇਖੋ ਸਿੱਖ ਕੌਮ ਨਾਲ ਪਿਆਰ ਕਰਦਾ। ਮੈਂ ਕਿਸੇ ਕੌਮ ਦੇ ਅਗੇਂਸਟ ਨਹੀਂ ਆ। ਮਹਾਰਾਜ ਦੀ ਬਾਣੀ ਤਾਂ ਕਹਿੰਦੀ ਵੱਲਲ ਨਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਪਰ ਗੱਲ ਇੱਥੇ ਆ ਕਿ ਇੱਕ ਗਊ ਦੇ ਤੁਸੀਂ ਸੋਟੀ ਮਾਰ ਦੋ, ਡਾਂਗ ਮਾਰ ਦੋ, ਪੂਰੇ ਹਿੰਦੂ ਉੱਠ ਕੇ ਖੜੇ ਹੋ ਜਾਂਦੇ। ਤੁਸੀਂ ਮੁਸਲਿਮ ਭਾਈਚਾਰੇ 'ਚ ਕੁਛ ਵੀ ਕਰ ਦੋ, ਪੂਰਾ ਭਾਈਚਾਰਾ ਉੱਠ ਕੇ ਖੜਾ ਹੋ ਜਾਂਦਾ। ਉਹ ਸਾਡੇ ਸਿੱਖਾਂ ਦੇ ਤੇ ਉਸੇ ਪੰਥਕ ਪਾਰਟੀਆਂ ਦੇ ਰਾਜ ਦੇ ਵਿੱਚ ਹੋਇਆ ਹੋਵੇ ਤੇ ਅਸੀਂ ਅੱਜ ਤੱਕ ਕੁਛ ਨਾ ਕਰਿਆ ਹੋਵੇ, ਤੇ ਇਹ ਮੈਨੂੰ ਲੱਗਦਾ ਆਪਦੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਹੈ ਇਹਨਾਂ ਲੋਕਾਂ ਲਈ। ਉਹ ਕਹਿੰਦੇ ਅਸੀਂ ਤਾਂ ਹਮਾਇਤ ਹੀ ਦੇਣ ਗਏ ਸੀ, ਕਹਿੰਦੇ ਕੌਮੀ ਇਨਸਾਫ ਮੋਰਚੇ ਨੂੰ, ਅਸੀਂ ਕੋਈ ਦਸਤਖਤ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਕਹਿੰਦੇ ਅਸੀਂ ਵੀ ਚਾਹੁੰਦੇ ਬੰਦੀ ਸਿੰਘ ਰਿਹਾ ਹੋਣ। ਪਰ ਦੂਸਰੇ ਪਾਸੇ ਕੌਮੀ ਇਨਸਾਫ ਮੋਰਚੇ ਨੇ ਉਹ ਸਵਾਲ ਉਠਾਏ ਵੀ ਜਦੋਂ ਤੁਹਾਡਾ ਰਾਜ ਸੀ, ਜਦੋਂ ਵਾਜਪਾਈ ਸਰਕਾਰ ਸੀ, ਉਹਨੂੰ ਬਹੁਮਤ ਦੀ ਲੋੜ ਸੀ ਸਰਕਾਰ ਬਚਾਉਣ ਵਾਸਤੇ, ਉਦੋਂ ਬੰਦੀ ਸਿੰਘ ਰਿਹਾ ਹੋ ਸਕਦੇ ਸੀਗੇ। ਇਹੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦੀ ਹਾਂ ਨਾ ਵੀ ਅੱਜ ਬੰਦੀ ਸਿੰਘਾਂ ਦੀ ਰਿਹਾਈ ਲਈ ਤੁਰੇ ਹੋ ਤੁਸੀਂ, ਤੁਰਦੇ ਉਸ ਟਾਈਮ ਤੇ। ਹੁਣ ਜਿਮਨੀ ਚੋਣਾਂ ਚੱਲ ਰਹੀਆਂ, ਹੁਣ ਜਿਮਨੀ ਚੋਣਾਂ ਆ ਰਹੀਆਂ ਨੇੜੇ, ਇਹ ਤਾਂ ਤੁਰ ਪਏ। ਜਦੋਂ ਵੀ ਇਲੈਕਸ਼ਨਸ ਆਉਂਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਉਸ ਟਾਈਮ ਤੇ ਯਾਦ ਕਿਉਂ ਆਉਂਦੀ ਆ? ਕਿ ਪਹਿਲਾਂ ਬੰਦੀ ਸਿੰਘਾਂ ਦੀ ਰਿਹਾਈ ਯਾਦ ਨਹੀਂ ਆਉਂਦੀ? ਪਹਿਲਾਂ ਨਹੀਂ ਹਵਾਰੇ ਵਰਗੇ ਚੇਤੇ ਆਉਂਦੇ ਇਹਨਾਂ ਨੂੰ, ਜਹੇਦਾਰ ਜੀ ਹਵਾਰਾ ਸਿੰਘ ਵਰਗੇ? ਪਹਿਲਾਂ ਨਹੀਂ ਬਾਪੂ ਜੀ ਸੂਰਜ ਸਿੰਘ ਵਰਗੇ ਇਹਨਾਂ ਨੂੰ ਯਾਦ ਆਏ? ਅੱਜ ਕਿਵੇਂ ਯਾਦ ਆਏ? ਕਿਉਂਕਿ ਨਿਰਸਵਾਰਥ ਹੋ ਕੇ ਤਾਂ ਇਹ ਕੁਛ ਵੀ ਨਹੀਂ ਕਰਦੇ, ਸਵਾਰਥ ਹੁੰਦਾ ਕਿਤੇ ਨਾ ਕਿਤੇ ਇਹਨਾਂ ਦਾ। ਲੋਕ ਬਹੁਤ ਸਾਰੇ ਅਸੀਂ ਤੁਹਾਨੂੰ ਸ਼ਰਾਰਤੀ ਅੰਸਰ ਕਹਾਂਗੇ ਜਦੋਂ ਟੇਢੇ ਤਰੀਕੇ ਨਾਲ ਸਮਾਜ ਦੇ ਵਿੱਚ ਇਸ ਤਰ੍ਹਾਂ ਦੀ ਭਾਵਨਾ ਭੜਕਣ ਨਾਲ ਤੇ ਗਲਤ ਚੀਜ਼ਾਂ ਫੈਲਾਈਆਂ ਜਾਂਦੀਆਂ ਨੇਗੀਆਂ। ਪਰ ਅੱਜ ਕੀ ਤੁਹਾਨੂੰ ਲੋੜ ਲੱਗਦੀ ਇਸ ਗੱਲ ਦੀ
ਵੀ ਜਿਵੇਂ ਜੀਰਾ ਮੋਰਚਾ ਦੇ ਨਾਲ ਪੰਜਾਬ ਦੇ ਸਾਰੇ ਲੋਕ ਖੜੇ, ਕੌਮੀ ਇਨਸਾਫ ਮੋਰਚੇ ਦੇ ਵਿੱਚ ਸਾਰੇ ਪੰਜਾਬੀਆਂ ਨੂੰ, ਸਮੁੱਚੀ ਦੁਨੀਆ ਨੂੰ ਉਸ ਦੀ ਇਨਸਾਫ ਦੀ ਜਾ ਕੇ ਮੰਗ ਕਰਨੀ ਚਾਹੀਦੀ ਹੈ। ਬਿਲਕੁਲ ਜੀ, ਅਸੀਂ 100% ਮੈਂ ਸਹਿਮਤ ਵੀ ਹਾਂ ਤੇ ਮੈਂ ਆਪਦੇ ਪੇਜ ਤੋਂ ਵੀ ਅਪੀਲ ਕੀਤੀ ਸੀ ਕਿ ਜਿੰਨੇ ਵੀ ਮੇਰੇ ਪੰਜਾਬ ਦੇ ਵਸਨੀਕ ਨੇ ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਨੇ, ਜਿਹੜੇ ਚਾਹੁੰਦੇ ਨੇ ਬੰਦੀ ਸਿੰਘ ਰਿਹਾ ਹੋਣ, ਜਿਹੜੇ ਚਾਹੁੰਦੇ ਨੇ ਸਾਨੂੰ 328 ਸਰੂਪਾਂ ਦਾ ਜਿਹੜਾ ਸਾਨੂੰ ਉਹਦਾ ਇਨਸਾਫ ਮਿਲੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ ਮਿਲੇ, ਉਹ ਲੋਕ ਉੱਥੇ ਜਾਣ, ਜਗਦੀਆਂ ਜ਼ਮੀਰਾਂ ਵਾਲੇ ਹੀ ਪਹੁੰਚਣਗੇ ਉੱਥੇ। ਮਰੀਆਂ ਜ਼ਮੀਰਾਂ ਵਾਲੇ ਤਾਂ ਫੇਰ ਇਹਨਾਂ ਦੀ ਚਮਚਾਗਿਰੀ ਕਰਨਗੇ। ਹਰ ਮੁੱਦਾ ਜਦੋਂ ਕੋਈ ਪੰਜਾਬ ਦੇ ਵਿੱਚ ਮੁੱਦਾ ਉੱਠਦਾ ਹੈ ਤਾਂ ਉਹਦੇ ਤੇ ਚੰਗੇ ਲੋਕ, ਹਾਂ ਪੱਖੀ ਲੋਕ, ਨਾ ਪੱਖੀ ਲੋਕ ਨਜ਼ਰ ਆਉਂਦੇ ਨੇ। ਤੁਹਾਡੇ ਤੇ ਵੀ ਲੋਕ ਉਂਗਲ ਉਠਾਉਂਦੇ ਨੇ ਕਿ ਰਮਨਦੀਪ ਕੌਰ ਮਰਖਾਈ ਤਾਂ ਯਾਰ ਵਿਊਅਰਸ਼ਿਪ ਦੀ ਕੰਮ ਕਰਦੀ ਹੈ, ਇਹਨਾਂ ਨੇ ਤੰਗਲੀ ਲੈ ਰੱਖੀ ਹੈ ਪੈਸੇ ਇਕੱਠੇ ਕਰਨ ਵਾਸਤੇ, ਇਹੋ ਜਿਹੇ ਕੰਮ ਕਰਦੇ ਨੇ, ਬਸ ਇਹ ਚਾਹੁੰਦੇ ਨੇ ਅਸੀਂ ਲੀਡਰ ਬਣ ਜਾਈਏ, ਕੱਲ ਨੂੰ ਪੋਲਿਟਿਕਸ ਚਾਹੁੰਗੇ ਰਮਨਦੀਪ ਕੌਰ ਮਰਖਾਈ। ਹਾਂਜੀ, ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਸਾਰਿਆਂ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਚੈਲੰਜ ਕਰਦੀ ਹਾਂ ਉਹਨਾਂ ਲੋਕਾਂ ਨੂੰ ਵੀ ਤੁਸੀਂ ਮੈਨੂੰ 1 ਵੀ ਰੁਪਈਆ ਰਮਨਦੀਪ ਨੂੰ ਫੇਸਬੁੱਕ ਤੋਂ ਆਉਂਦਾ, YouTube ਤੋਂ ਆਉਂਦਾ, ਇੰਸਟਾਗ੍ਰਾਮ ਤੋਂ ਆਉਂਦਾ ਦਿਖਾ ਦਿਓ ਤੇ ਮੈਂ ਉਸ ਦਿਨ ਤੋਂ ਬਾਅਦ ਫੇਸਬੁੱਕ ਚਲਾਉਣੀ ਬੰਦ ਕਰ ਦੂੰਗੀ। ਜਿਹੜਾ ਤਾਂ ਇਹ ਹੈ ਇਹਨਾਂ ਦਾ ਥੱਪਾ। ਹਾਂ, ਆਉਣ ਵਾਲੇ ਸਮੇਂ ਦੇ ਵਿੱਚ ਜੇ ਮੇਰੇ ਨਾਲ ਇਵੇਂ ਕਰਦੇ ਰਹੇ ਫਿਰ ਮੈਂ ਕੁੜੀ ਵੀ ਇਹੋ ਜਿਹੀ ਆ, ਫਿਰ ਮੈਂ ਪੁੱਠੀ ਵੀ ਚੱਲਣ ਲੱਗੀ, ਬਹੁਤ ਮਿਹਨਤ ਲਾਉਣੀ ਆ। ਸੋ ਅਗਲੀ ਗੱਲ, ਜਿਹੜੀ ਗੱਲ ਇਹ ਕਰਦੇ ਆ ਸਿਆਸਤ ਦੀ ਜੀ, ਜੇ ਰਮਨਦੀਪ ਕੌਰ ਨੇ ਸਿਆਸਤ ਦੇ ਵਿੱਚ ਆਉਣਾ ਹੁੰਦਾ ਨਾ, ਕਮੈਂਟ ਮੈਨੂੰ ਵੀ ਯਾਦ ਆ ਗਿਆ, ਇੱਕ ਵੀਰ ਨੇ ਮੈਨੂੰ ਕਮੈਂਟ ਕੀਤਾ, ਕਹਿੰਦੇ ਆਮ ਆਦਮੀ ਪਾਰਟੀ ਵੱਲੋਂ ਟਿਕਟ ਭਾਲਦੀ ਸੀ, ਇਹਨੂੰ ਟਿਕਟ ਨਹੀਂ ਮਿਲੀ। ਤੇ ਮੈਂ ਉਹਨੂੰ ਜਵਾਬ ਇਹ ਦਿੱਤਾ ਸੀ ਵੀ ਤੁਹਾਡਾ ਜਵਾਈ ਉੱਥੇ ਟਿਕਟਾਂ ਦੀ ਵੰਡ ਕਰ ਰਿਹਾ ਸੀ ਤੇ ਉਹਨੇ ਫਿਰ ਸਹੁਰਿਆਂ ਦਾ ਪੱਖ ਹੀ ਪੂਰਨਾ ਸੀ। ਨੈਚੁਰਲੀ ਸਾਡੀਆਂ ਸਿਆਸਤਾਂ ਦੇ ਵਿੱਚ ਵੇਖ ਲਓ, ਜੇ ਬਾਦਲ ਪਰਿਵਾਰ ਦਾ ਦੇਖ ਲਓ, ਮਜੀਠੀਆ ਪਰਿਵਾਰ ਦਾ ਪੱਖ ਪੂਰਿਆ, ਤੇ ਜੇ ਅਸੀਂ ਇਹਨਾਂ ਦਾ ਵੇਖ ਲਈਏ, ਰਾਜ ਘਰਾਣੇ ਦਾ ਪੱਖ ਵੇਖ ਲਈਏ, ਇਹਨਾਂ ਨੇ ਆਪਦਿਆਂ ਦਾ ਪੂਰਿਆ ਤੇ ਉਹਨਾਂ ਨੇ ਵੀ ਤਾਂ ਗਾਂ ਹੀ ਪੂਰਨਾ ਸੀ। ਰਹੀ ਗੱਲ ਬਾਈ ਜੀ ਸਿਆਸਤ ਦੇ ਵਿੱਚ ਆਉਣਾ ਚਾਹੁੰਦੀ ਨਾ ਮੈਂ, ਤੇ ਬਹੁਤ ਸਾਰੀਆਂ ਆਫਰਾਂ ਆਈਆਂ, ਅੱਜ ਵੀ ਆ ਰਹੀਆਂ ਨੇ। ਨਾ ਸਿਆਸਤ ਕਰਨੀ ਆ, ਨਾ ਕੀਤੀ ਆ, ਤੇ ਨਾ ਕਰਨ ਵਾਲੇ ਪਾਸੇ ਜਾਣਾ, ਲੋਕਾਂ ਨੂੰ ਸੁੱਤਿਆਂ ਹੋਇਆਂ ਨੂੰ ਜਗਾਉਣਾ। ਦੂਸਰੀ ਗੱਲ, ਜੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਫੇਸਬੁੱਕ ਤੋਂ 4 ਰੁਪਈਏ ਆਉਂਦੇ, ਤੁਸੀਂ ਮੇਰੇ ਘਰ ਦੇ ਹਾਲਾਤ ਦੇਖੇ ਨਾ ਬਾਈ ਜੀ, ਆਦਮੀ ਮੇਰਾ ਨਹੀਂ ਕਮਾਉਣ ਵਾਲਾ, ਨਸ਼ੇ ਦੇ ਨਾਲ ਚਲਾ ਗਿਆ, ਮਰਲਾ ਇੱਕ ਮੇਰੇ ਕੋਲੇ ਜ਼ਮੀਨ ਨਹੀਂ। ਜਿੱਥੇ ਭਲਾ ਰਾਤ ਦੇ 12 ਵਜੇ ਕਿਸੇ ਕੁੜੀ ਨੂੰ ਉਹਦੇ ਘਰ ਵਾਲੇ ਨੇ ਕੁੱਟਤਾ, ਉਹਨੇ ਕਹਿਣਾ ਭੈਣ ਜੀ ਆ। ਜੇ ਕੋਈ ਨਸ਼ੇ ਵਾਲੇ ਆ ਗਏ, ਉਹਨਾਂ ਨੇ ਕਹਿਣਾ ਆ ਮੇਰਾ ਪਿੰਡ ਮੇਰੇ ਤੋਂ ਕਿੰਨੀ ਦੂਰ ਆ, ਸਾਰੇ ਪਿੰਡ ਦੀ ਜ਼ਮੀਰ ਇੱਕ ਹਿਸਾਬ ਦੀ ਮਰਿਆ ਵਰਗੀ, ਮੈਨੂੰ ਉੱਥੋਂ ਫੋਨ ਆਊਗਾ ਵੀ ਭੈਣੇ ਆ ਜਾ ਕੇ ਫੜਦੀ ਆ। ਦੱਸੋ ਵੀ ਮੈਂ ਘਰ ਕਿੱਥੋਂ ਚਲਾਉਣਾ? ਕਦੇ ਕਿਸੇ ਨੇ ਅੱਜ ਤੱਕ ਇਹ ਕਿਹਾ ਵੀ ਲੈ ਭੈਣ ਜੀ ਤੂੰ ਜਾਨੀ ਆਉਣੀ ਆ, ਤੂੰ ਬੱਸਾਂ ਤੇ ਧੱਕੇ ਖਾਨੀ ਆ, ਜਾਂ ਜਿਹੜੇ ਗੱਡੀਆਂ ਤੇ ਜਾਣੇ ਉਹਨਾਂ ਤੇ ਵੀ ਤੇਲ ਫੂਕੀ ਦਾ? ਅੱਜ ਤੱਕ ਕੋਈ ਬੰਦਾ ਇਹ ਗੱਲ ਕਹੂਗਾ ਅਸੀਂ ਤੇਲ ਖਰਚਾ ਦਿੱਤਾ? ਕਿੱਥੋਂ ਕਰਾਂ? ਮਾਂ ਪਿਓ, ਮੇਰਾ ਬਜ਼ੁਰਗ ਆ, ਪਿਓ ਦੇ ਮੇਰੇ ਦੇ 2 ਐਕਸੀਡੈਂਟ ਹੋਏ, 3 ਆਪਰੇਸ਼ਨ ਹੋਏ, ਦੱਸੋ ਬਈ ਕਿੱਥੋਂ ਮੈਨੂੰ ਕਮਾ ਕੇ ਦੇਣਗੇ? ਬੱਚੇ ਪਾਲਣੇ, ਕਦੇ ਅੱਜ ਤੱਕ ਮੈਨੂੰ ਕਿਸੇ ਸੰਸਥਾ ਨੇ ਇਹ ਗੱਲ ਕਹੀ ਆ ਵੀ ਲਿਆ ਤੇਰੇ ਬੱਚੇ ਫ੍ਰੀ ਪੜ੍ਹਾ ਦਗੇ? ਸੁੱਖ ਤਾਂ ਇੱਥੋਂ ਤੱਕ ਨਹੀਂ ਬਾਈ ਜੀ, ਕਰੋਨਾ ਆਇਆ, ਮੇਰੇ ਬੱਚਿਆਂ ਦੀ ਫੀਸ ਪੈਂਡਿੰਗ ਪਈ ਰਹੀ, ਇਹਨਾਂ ਸੰਸਥਾਵਾਂ ਕਹਿੰਦੀਆਂ ਨਾ ਤੂੰ ਵੀਡੀਓ ਬਣਾ ਕੇ ਪਾ ਕੇ ਦੇ ਸਾਨੂੰ, ਫੇਰ ਅਸੀਂ ਐਨਆਰਆਈਆਂ ਤੋਂ ਪੈਸੇ ਲਵਾਂਗੇ ਤੇ ਫੇਰ ਦੇਵਾਂਗੇ। ਕਿਉਂ? ਕੀ ਗੱਲ? ਇਹ ਲੋਕ ਨਾ ਕਿਸੇ ਦਿਨ ਖੁੱਲਾ ਵੀ ਡਿਮਾਂਡ ਕਰੋ। ਹਾਂ, ਇਹ ਲੋਕ ਨਾ ਕਿਸੇ ਦਿਨ ਖੁੱਲੀ ਸੱਥ ਚਾਹਣ ਮੇਰੇ ਨਾਲ, ਮੇਰੇ ਸਵਾਲਾਂ ਦੇ ਜਵਾਬ ਦੇਣ। ਜਦੋਂ ਕਿਸੇ ਧੀ ਦੇ ਘਰ ਵਾਲਾ ਮੁੱਕ ਜਾਂਦਾ ਨਾ, ਕੋਈ ਬੁਰਕੀ ਤੋੜ ਕੇ ਮੂੰਹ 'ਚ ਨਹੀਂ ਪਾ ਕੇ ਜਾਂਦਾ, ਉਹਨੂੰ ਕਹਿ ਦਿੰਦੇ ਤੇਰਾ ਪੁੱਤ ਹੋਇਆ ਲੈ ਜਵਾਨ। ਤੇ ਉਹਨਾਂ ਨੂੰ ਇਹ ਪੁੱਛਣ ਵੀ ਪੁੱਤ 9 ਮਹੀਨਿਆਂ ਤੋਂ 18 ਸਾਲਾਂ ਤੱਕ ਜਾਂਦੇ ਨੂੰ ਕਿੰਨਾ ਸਮਾਂ ਲੱਗਦਾ, ਉਨੀ ਦੇਰ ਉਹ ਭੁੱਖਾਂ ਤੇਹਾਂ ਦੇ ਵਿੱਚ ਦਿਨ ਕੱਢ। ਛੱਤ ਵੀ ਨਹੀਂ ਸੀ ਬਾਈ ਜੀ ਮੇਰੇ ਸਿਰ ਤੇ, 16 ਸਾਲਾਂ ਬਾਅਦ ਛੱਤ ਨਸੀਬ ਹੋਈ ਆ। ਕਿਸੇ ਨੂੰ ਕੀ ਪਤਾ, ਅੱਜ ਵੀ ਰੋਟੀ ਕਦੇ ਨੂਣ ਮਿਰਚਾਂ ਨਾਲ ਖਾਂਦੇ ਆ, ਕਦੇ ਜਿੱਦੇ ਸਬਜ਼ੀ ਮਿਲਦੀ ਆ ਖਾਂਦੇ ਆ। ਉਹ ਜਿਹੜੇ ਲੋਕ ਇਹ ਗੱਲ ਕਰਦੇ ਨਾ ਉੱਠਿਆ ਆਪ ਤੋਂ ਨਾ ਜਾਵੇ ਤੇ ਫਿੱਟੇ ਮੂੰਹ ਗੋਡਿਆਂ ਦੇ, ਤੁਸੀਂ ਵੀ ਤੰਗਲੀਆਂ ਲਾਓ ਤੇ ਤੁਸੀਂ ਵੀ ਕਮਾਓ। ਕਿਰਤ ਕਰਦੇ ਆ, ਲੋਕਾਂ 'ਚ ਭਕਾਈ ਕਰਦੇ ਆ, ਜਾਣਦੇ ਆ, ਲੋਕਾਂ ਨੂੰ ਅਵੇਅਰ ਕਰਦੇ ਆ। ਪੰਜਾਬ ਦੇ ਮੁੱਖ ਮੰਤਰੀ ਸਾਹਿਬ ਜਾਂ ਕਹਿ ਲਈਏ ਆਮ ਆਦਮੀ ਪਾਰਟੀ ਵਾਲੇ ਲੀਡਰ ਚੋਣਾਂ ਤੋਂ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਕਿ ਜਦੋਂ ਸਾਡੀ ਸਰਕਾਰ ਆ ਗਈ ਤਾਂ ਧਰਨੇ ਨੇ ਜਿਹੜੇ ਉਹ ਖਤਮ ਹੋ ਜਾਣਗੇ। ਚਲੋ ਸਾਲ ਦੇ ਲਗਭਗ ਹੋਣ ਜਾ ਰਿਹਾ। ਕੀ ਲੱਗਦਾ ਆਉਣ ਵਾਲੇ 4 ਸਾਲਾਂ ਦੇ ਵਿੱਚ ਲੱਗਦਾ ਕਿ ਆਮ ਆਦਮੀ ਪਾਰਟੀ ਰਾਜ ਦਾ ਆਉਣ ਵਾਲੇ ਸਮੇਂ ਲਈ ਧਰਨੇ ਖਤਮ ਕਰ ਦੂਗੀ, ਲੋਕਾਂ ਨੂੰ ਸੰਤੁਸ਼ਟ ਕਰ ਦੂਗੀ, ਲੋਕਾਂ ਦੀਆਂ ਹੱਕੀ ਮੰਗਾਂ ਨੂੰ ਇਸ ਤਰੀਕੇ ਨਾਲ ਦੱਸ ਦੂ ਵੀ ਹਾਂ ਤੁਹਾਡੇ ਹੱਕ ਪੂਰਤੇ? ਕੀ ਲੱਗਦਾ ਧਰਨੇ ਕਦੇ ਖਤਮ ਹੋ ਜਾਣਗੇ? ਬਿਲਕੁਲ ਨਹੀਂ ਜੀ,
ਨਾ ਤਾਂ ਦੁਨੀਆ ਦੀਆਂ ਡਿਮਾਂਡਸ ਪੂਰੀਆਂ ਹੋ ਇੱਕ ਗੱਲ ਇਹ ਵੀ ਲੱਗਦੀ, ਇਹ ਵੀ ਇੱਕ ਤਬਕਾ ਇਹ ਵੀ ਹੈਗਾ ਪੰਜਾਬ ਦੇ ਵਿੱਚ ਜਿਹੜੇ ਕਹਿੰਦੇ ਨੇ ਵੀ ਜਿਹੜੇ ਧਰਨੇ ਵਾਲੇ ਲੋਕ ਨੇ ਨਾ, ਇਹਨਾਂ ਨੂੰ ਹੋਰ ਕੰਮ ਹੀ ਨਹੀਂ ਕੋਈ, ਇਹਨਾਂ ਨੇ ਇਸ਼ੂ ਭਾਲਣੇ, ਮੁੱਦੇ ਭਾਲਣੇ, ਜਾ ਕੇ ਫੇਰ ਹੀ ਗੱਲ ਚੱਲੂ ਇਹਨਾਂ ਦੀ। ਜਦੋਂ ਸਾਡੇ ਬਾਬੇ ਜਾਂਦੇ ਹੁੰਦੇ ਸੀ ਨਾ ਝੋਲਾ ਚੱਕ ਕੇ, ਤੇ ਅਸੀਂ ਵੀ ਇਹੀ ਗੱਲ ਕਹਿੰਦੇ ਹੁੰਦੇ ਵੀ ਤੀਜੇ ਕੁ ਦਿਨ ਯੂਨੀਅਨਾਂ 'ਚ ਤੁਰ ਜਾਂਦੇ ਆ। ਪਰ ਜਦੋਂ ਦਿੱਲੀ ਅੰਦੋਲਨ ਹੋਣ ਦੇ ਵਿੱਚ ਆਇਆ 100 ਸਾਲ ਬਾਅਦ, ਉਦੋਂ ਸਾਨੂੰ ਪਤਾ ਲੱਗਾ ਵੀ ਸਾਡੇ ਬਾਬੇ ਦਾਦੇ ਐਵੇਂ ਨਹੀਂ ਸੀ ਜਾਂਦੇ। ਕੀ ਅਸੀਂ ਆ ਧਰਨੇ ਵਾਲੇ ਐਵੇਂ ਬੈਠੇ ਆ? ਕੀ ਇਹ ਫੈਕਟਰੀ ਨੇ ਸਾਨੂੰ ਬਿਮਾਰੀਆਂ ਨਹੀਂ ਵੰਡੀਆਂ? ਕੀ ਸਾਡਾ ਪਾਣੀ ਪੋਲਿਊਟ ਨਹੀਂ ਕੀਤਾ ਇਹਨੇ? ਸਾਡਾ ਵਾਤਾਵਰਨ ਪੋਲਿਊਟ ਨਹੀਂ ਕੀਤਾ? ਕੀ ਸਾਡਾ ਕਿੱਡਾ ਜੰਗਲ ਸੀਗਾ ਜਿਹੜਾ ਮਿੱਲ ਦਾ ਉਹ ਖਰਾਬ ਨਸ਼ਟ ਨਹੀਂ ਕੀਤਾ? ਉਹ ਧਰਨੇ ਵੀ ਤਾਂ ਉੱਥੇ ਕਹਿੰਦੇ ਹੁੰਦੇ ਆ ਨਾ ਕਿ ਗੱਲ ਤਾਂ ਉੱਥੇ ਹੀ ਛਿੜੂਗੀ ਨਾ ਜਿੱਥੇ ਅੱਗ ਹੋਊਗੀ। ਤੁਸੀਂ ਮਾਹੌਲ ਹੀ ਇਸ ਤਰ੍ਹਾਂ ਦਾ ਬਣਾ ਦੇ, ਪੰਜਾਬ ਗਵਰਨਮੈਂਟ ਮਾਹੌਲ ਹੀ ਇਸ ਤਰ੍ਹਾਂ ਦਾ ਬਣਾ ਦੇ ਕਿ ਕਿਸੇ ਨੂੰ ਧਰਨਾ ਲਾਉਣਾ ਹੀ ਨਾ ਪਵੇ, ਲੋਕ ਸੌਖੇ ਹੋਣ, ਲੋਕਾਂ ਨੂੰ ਲੋੜ ਹੀ ਨਾ ਪਵੇ। ਹੁਣ ਜਿਹੜਾ ਅਮਲੀ ਆ ਉਹ ਵੀ ਧਰਨਾ ਲੈ ਰਿਹਾ। ਸੱਚ ਤੁਹਾਨੂੰ ਇੱਕ ਹਾਸੇ ਵਾਲੀ ਗੱਲ ਵੀ ਆ ਤੇ ਤਰਸ ਦੀ ਵੀ ਆ। ਇੱਕ ਦਿਨ ਅਮਲੀਆਂ ਨੇ ਇਕੱਠੇ ਹੋ ਕੇ ਮੈਨੂੰ ਕਿਹਾ, ਕਹਿੰਦੇ ਜੀ ਕੋਈ ਸਾਡੇ ਹੱਕ 'ਚ ਵੀ ਧਰਨਾ ਲਾ ਦਿਓ। ਮੈਂ ਕਿਹਾ ਜੀ ਦੱਸੋ। ਕਹਿੰਦੇ ਵੀ ਨਸ਼ੇ ਦੀ ਸਾਡੇ ਤੋਂ ਪੂਰਤੀ ਨਹੀਂ ਹੁੰਦੀ, ਸਾਡੇ ਲਈ ਪੋਸਟ ਦੇ ਠੇਕੇ ਹੀ ਖਲਵਾ ਦਿਓ। ਹੁਣ ਔਖੇ ਤਾਂ ਅਮਲੀ ਵੀ ਆ, ਜੇ ਮੰਨ ਲਓ ਅਸੀਂ ਨਾ ਲਾਏ ਤੇ ਅਮਲੀਆਂ ਨੇ ਲਾ ਦੇਣੇ ਆ। ਤੜਕੇ ਜਾ ਕੇ ਵੇਖਿਓ ਭਰਾ ਜੀ, ਸਿਵਲ ਹਸਪੀਟਲਾਂ ਦੇ ਵਿੱਚ ਲੈਣਾ ਹੁੰਦੀਆਂ ਤੇ ਉਹ ਗੋਲੀਆਂ ਜਾਈ ਵੱਡੀ ਦੀਆਂ ਪੀਸ ਕੇ ਨਾ, ਉਹ ਆਖੇ ਸਿੱਧੀ ਗੋਲੀ ਜਾ ਕੇ ਨਾ ਅਸਰ ਨਹੀਂ ਛੇਤੀ ਕਰਦੀ, ਪੀ ਕੇ ਪਾਣੀ 'ਚ ਘੋਲ ਕੇ ਉਹ ਮਿੰਟੋ ਮਿੰਟ ਹੀ ਅਸਰ ਕਰਦੀ। ਆਹ ਦਾ ਹਾਲਾਤ ਆ ਮੇਰੇ ਪੰਜਾਬ ਦੇ, ਤੇ ਧਰਨਿਆਂ ਘਰ ਹੀ ਜਾਂਦਿਆਂ ਨੂੰ ਰੋਣ ਇੱਥੇ। ਕੌਮੀ ਇਨਸਾਫ ਮੋਰਚਾ ਲੱਗਿਆ ਤੇ ਹੁਣੇ ਜੀਰੇ ਮੋਰਚੇ ਤੋਂ ਇੱਕ ਮਿਸਲ ਸਤਲੁਜ, ਇਹਨਾਂ ਨੂੰ ਵੀ ਸਾਰੀ ਜਥੇਬੰਦੀਆਂ ਸਪੋਰਟ ਕਰ ਰਹੀਆਂ ਨੇ ਉਸ ਚੀਜ਼ ਨੂੰ। ਜਿਹੜਾ ਪਾਣੀਆਂ ਦਾ, ਨਹਿਰੀ ਪਾਣੀਆਂ ਦਾ, ਭਾਜਪਾ 2027 ਨੂੰ ਭਾਜਪਾ ਲੋਕ ਸਭਾ ਦੀਆਂ 13 ਸੀਟਾਂ ਦੇ ਉੱਤੇ ਆਪਣੀ ਪੂਰੀ ਮਜ਼ਬੂਤੀ ਦੇ ਨਾਲ, ਤੁਹਾਨੂੰ ਸ਼ਾਇਦ ਪਤਾ ਵੀ ਹੋ, ਮਨਪ੍ਰੀਤ ਸਿੰਘ ਬਾਦਲ ਪੰਜਾਬ ਦਾ ਵਿੱਤ ਮੰਤਰੀ, ਉਹ ਰਲ ਗਿਆ ਜੀ, ਤਜਰਬੇਕਾਰ ਮੰਤਰੀ ਕਹਿ ਸਕਦੇ ਹਾਂ, ਤਜਰਬੇਕਾਰ ਮੰਤਰੀ, ਠੀਕ ਹੈ ਜੀ, ਭਾਜਪਾ ਚ ਰਲ ਗਿਆ। ਨਹੀਂ ਜੀ, ਦੂਸਰੇ ਪਾਸੇ ਮੈਂ ਸਵਾਲ ਪੁੱਛਣਾ ਚਾਹੁੰਦਾ ਪਾਣੀਆਂ ਤੇ, ਭਾਜਪਾ 2027 ਚ ਦੇਖ ਰਹੀ ਹੈ, ਦੂਸਰੇ ਪਾਸੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨਹਿਰਾਂ ਦੇ ਵਿੱਚ ਜਿਹੜਾ ਕੰਕਰੀਟੀਕਰਨ ਦੇ ਮੁੱਦਾ ਉੱਠ ਖੜਾ ਹੋਇਆ ਤੇ ਆਉਣ ਵਾਲੇ ਸਮੇਂ 'ਚ ਆਸਾਰ ਬਣ ਗਏ ਕਿ ਲੋਕ ਵੱਡਾ ਸੰਘਰਸ਼ ਛੇੜਨ ਦੀ ਤਿਆਰੀ 'ਚ ਬੈਠੇ ਨੇ ਜੀ। ਕੀ ਲੱਗਦਾ ਸਰਕਾਰ ਪੱਖ ਪੂਰ ਰਹੀ ਹੈ ਪੰਜਾਬ ਦਾ? ਦੇਖੋ ਜੀ, ਜੇ ਆਪਾਂ ਗੱਲ ਕਰੀਏ ਨਾ, ਜਿਵੇਂ ਇਹਨਾਂ ਨੇ ਨਹਿਰਾਂ ਨੂੰ ਥੱਲੋਂ ਪੱਕਾ ਕਰਨ ਦਾ ਜਿਹੜਾ ਸੋਚਿਆ, ਇੱਕ ਪਾਸੇ ਅਸੀਂ ਕਹਿੰਦੇ ਪਾਣੀ ਦਾ ਸੰਕਟ ਆ ਜੀ, ਆਉਣ ਵਾਲੇ 5 ਤੋਂ 7 ਸਾਲਾਂ ਦੇ ਵਿੱਚ ਸਾਨੂੰ ਜਿਹੜਾ ਪਾਣੀ ਆ ਉਹ ਮੁੱਲ ਲੈਣਾ ਪੈਣਾ। ਦੂਸਰੇ ਪਾਸੇ ਦੇਖੋ, ਇੱਕ ਨਹਿਰੀ ਪਾਣੀ ਇਹੋ ਜਿਹਾ ਜਿਹੜਾ ਪਾਣੀ ਦੀ ਹੇਠਲੀ ਸਤ੍ਹਾ ਨੂੰ ਉੱਪਰ ਲਿਆ ਸਕਦਾ। ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਵੀ ਜਿਹੜਾ ਖੇਤਾਂ ਨੂੰ ਨਹਿਰੀ ਪਾਣੀ ਦੀਆਂ ਜਿਹੜੀਆਂ ਵਾਰੀਆਂ ਵੱਧ ਤੋਂ ਵੱਧ ਦਿੰਦੇ, ਟਿਊਬਵੈੱਲ ਆ ਜਿਹੜੇ ਉਹ ਬੰਦ ਹੁੰਦੇ, ਖੜੇ ਹੁੰਦੇ, ਲੋੜ ਪੈਣ ਤੇ ਕਿਤੇ ਟਿਊਬਵੈੱਲ ਦੀ ਵਰਤੋਂ ਕੀਤੀ ਜਾਂਦੀ, ਮੋਟਰਾਂ ਦੀ, ਜਿਹੜਾ ਨਹਿਰੀ ਪਾਣੀ ਫਸਲਾਂ ਨੂੰ ਲੱਗਦਾ, ਪਾਣੀ ਦੀ ਹੇਠਲੀ ਸਤ੍ਹਾ ਹੋਰ ਹੇਠਾਂ ਨਾ ਜਾਂਦੀ, ਉਹ ਤਾਂ ਨੂੰ ਆਉਂਦੀ। ਇਹ ਤਾਂ ਫਿਰ ਸੰਕਟ ਦਾ ਪੈਦਾ ਇਹ ਆਪ ਕਰ ਰਹੀ ਹੈ ਪੰਜਾਬ ਗੌਰਮੈਂਟ, ਇਹ ਤਾਂ ਆਪ ਕਰ ਰਹੇ ਆ ਨਾ। ਉਹ ਜਿਹੜਾ ਪਾਣੀ ਧਰਤੀ ਦੇ ਵਿੱਚ ਸਿਮਣਾ, ਹੇਠਲੇ ਸੋਮੇ ਨੂੰ ਤਾਂ ਨੂੰ ਉਭਾਰਨਾ, ਉਤਲੇ ਸੋਮੇ ਦੀ ਸਤਾ ਨੇ ਹੇਠਲੇ ਨੂੰ ਤਾਂ ਨੂੰ ਲੈ ਕੇ ਆਉਣਾ, ਉਹ ਚੀਜ਼ ਨੂੰ ਤਾਂ ਇਹ ਖਤਮ ਕਰ ਰਹੀ ਆ। ਫਿਰ ਇਹਦਾ ਮਤਲਬ ਤਾਂ ਇਹ ਚਾਹੁੰਦੀ ਆ ਵੀ ਇਹ ਰਾਜਸਥਾਨ ਬਣ ਜੇ, ਮਾਰੂਥਲ ਏਰੀਆ ਬਣ ਜੇ। ਸੋ ਇਹਦੇ ਵਿੱਚ ਅਸੀਂ ਨਹੀਂ ਕਹਿੰਦੇ, ਸਾਡੇ ਪੱਖ 'ਚ ਪਟਿਆਲੇ ਤੋਂ ਵੀ ਇੱਕ ਵੀਰ ਜੀ ਦੀ ਕਾਲ ਆਈ ਸੀ, ਕਹਿੰਦੇ ਭੈਣ ਜੀ ਇਹ ਜਿਹੜੀਆਂ ਇੱਧਰ ਦੀ ਨਹਿਰ ਲੰਘਦੀ ਆ ਨਾ, ਤੇ ਕਹਿੰਦੇ ਉਹਨੂੰ ਪੱਕਾ ਕਰਨ ਦੀਆਂ ਤਿਆਰੀਆਂ ਨੇ, ਤੇ ਪਾਣੀ ਆ ਜਿਹੜਾ ਉਹ ਸੀਵਰੇਜ ਜਿਹੜੀਆਂ ਪਾਈਪਸ ਪਾ ਕੇ ਉਹ ਜਿਹੜਾ ਸ਼ਹਿਰਾਂ ਨੂੰ ਦੇਣ ਦੀ ਤਿਆਰੀ 'ਚ, ਤੇ ਪਿੰਡਾਂ ਵਾਲੇ ਫੇਰ ਭੁੱਖੇ ਮਰਨ, ਪਿੰਡਾਂ ਵਾਲਿਆਂ ਨੂੰ ਬਿਜਲੀ ਵੀ ਨਹੀਂ। ਅੱਛਾ ਤੁਸੀਂ ਦੇਖੋ, ਠੰਡ ਦਾ ਮੌਸਮ ਆ ਗਿਆ ਜੀ, ਸਕੂਲੀ ਬੱਚਿਆਂ ਨੂੰ ਵੀ ਛੁੱਟੀਆਂ, ਜਿੰਨੇ ਸਾਡੇ ਗਵਰਨਮੈਂਟ ਅਦਾਰੇ ਸੀ ਉਹਨਾਂ ਦੇ ਟਾਈਮਿੰਗ ਵੀ ਚੇਂਜ। ਕੀ ਇਹਨਾਂ ਨੇ ਬਿਜਲੀ ਦਾ ਟਾਈਮ ਚੇਂਜ ਕੀਤਾ? ਕੀ ਉਹ ਕਿਸਾਨ ਤਾਂ ਰਾਤ ਨੂੰ 12 ਵਜੇ ਉੱਠ ਕੇ ਹੀ ਮੋਟਰ ਚਲਾਉਣ ਜਾਂਦਾ ਰਿਹਾ ਨਾ, ਉਹ ਤਾਂ 2 ਵਜੇ ਤੱਕ ਹੀ ਉੱਥੇ ਪੋਹ ਦੀਆਂ ਰਾਤਾਂ ਦੇ ਵਿੱਚ ਠਰਦਾ ਰਿਹਾ ਨਾ, ਉਹ ਤਾਂ ਨਹਿਰ ਦੇ ਕੰਢੇ ਤੇ ਪੈਂਦਾ ਰਿਹਾ ਨਾ। ਸੋ ਗੱਲਾਂ ਤਾਂ ਬਹੁਤ ਨੇ, ਇਹ ਕਹਿਣਾ ਸੌਖਾ ਰਾਜ ਦੀ ਗੱਦੀ ਤੇ ਬਹਿ ਕੇ ਵੀ ਆਹ ਚੀਜ਼ ਆਈ ਨਹੀਂ, ਆਏ ਕਰ ਲਓ, ਪਰ ਜਦੋਂ ਗਰਾਊਂਡ ਲੈਵਲ ਤੇ ਉਹ ਸੰਤਾਪ ਹੋ ਗਏ। ਮੈਂ CM ਸਾਹਿਬ ਨੂੰ ਹੀ ਪੁੱਛਣਾ ਚਾਹੁੰਦੀ ਵੀ CM ਸਾਹਿਬ, ਇੱਕ ਤੁਹਾਡੀ ਮੂਵੀ ਆਈ ਸੀ ਜੀ, ਤੁਸੀਂ ਰੇਲਵੇ ਟਰੈਕਾਂ ਤੇ ਖੜ ਕੇ ਵੋਟਿੰਗ ਮੰਗੀ, ਜਿਹਦੇ ਵਿੱਚ ਤੁਸੀਂ ਦੋਜੀ ਦਾ ਕੰਮ ਕੀਤਾ, ਤੁਸੀਂ ਬੱਸਾਂ ਦੇ ਵਿੱਚ ਲੌਸਮੈਂਟ ਕੀਤੀ, ਤੁਸੀਂ ਕਿਹਾ ਵੀ ਜਿਹੜੇ ਇਹ ਰਾਜਨੀਤੀ ਆ, ਇਹ ਪੈਸੇ ਦੀ ਆ ਰਾਜਨੀਤੀ, ਐਂ ਵੀ ਹੋ ਸਕਦੀ। ਫਿਰ ਅੱਜ ਕਰੋ ਬਈ, ਪੈਦਲ ਚੱਲੋ, ਇੰਨੇ ਗਨਮੈਨ ਕਾਹਤੋਂ? ਅੱਜ ਤਾਂ ਤੁਹਾਡੀ ਭੈਣ ਵੀ ਭਾਰੀ ਫੋਰਸ ਲਈ ਫਿਰਦੀ ਹੈ। ਸੋ ਜਦੋਂ VIP ਕਲਚਰ ਦੇ ਵਿੱਚ ਕੋਈ ਵੀ ਬੰਦਾ ਆ ਜਾਂਦਾ ਨਾ, ਤੇ ਉਹ ਆਪਣੇ ਆਪ ਨੂੰ ਉਸ ਲੈਵਲ ਤੇ ਲਿਆਣ ਕੇ ਖੜਾ ਕਰ ਲੈਂਦਾ, ਆਮ ਲੋਕਾਂ ਨੂੰ ਤਾਂ ਭੁੱਲ ਹੀ ਜਾਂਦਾ।
ਰਮਨਦੀਪ ਜੀ, ਮਰਦ ਪ੍ਰਧਾਨ ਸਮਾਜ ਦੇ ਵਿੱਚ ਔਰਤ ਵੀ ਦਲਿਤਪੁਣਾ ਹੰਢਾਉਂਦੀ ਹੈ ਜੀ, ਦੱਬੀ ਹੋਈ ਘਰ ਦੀਆਂ ਦਹਲੀਜ਼ਾਂ ਅੰਦਰ, ਜੀ, ਕਦੇ ਪਿਤਾ ਦੇ ਦਰਜਾ, ਕਿਤੇ ਪੁੱਤਰ, ਕਦੇ ਪਤੀ, ਇਹਨਾਂ ਦੀ ਬਲਗਣਾ ਚੋਂ ਨਿਕਲਣਾ ਬਹੁਤ ਔਖਾ ਹੈ ਜੀ। ਤੇ ਦੂਸਰੇ ਪਾਸੇ ਦਲਿਤ ਸਮਾਜ, ਮਜ਼ਦੂਰ, ਕਿਰਤੀ ਲੋਕ ਸੰਘਰਸ਼ ਲੜ ਰਹੇ ਨੇ ਲੰਬੇ ਸਮੇਂ ਤੋਂ। ਪੰਜਾਬ ਦਾ ਮੁੱਖ ਮੰਤਰੀ ਮੀਟਿੰਗ ਤੱਕ ਨਹੀਂ ਕਰਦਾ। ਜੀ। ਰਮਨਦੀਪ ਕੌਰ ਮਰਖਾਈ ਨੂੰ ਕਦੇ ਲੱਗਦਾ ਨਹੀਂ ਵੀ ਮੈਨੂੰ ਉਹਨਾਂ ਦੇ ਧਰਨੇ ਵਿੱਚ ਵੀ ਜਾ ਕੇ ਬੋਲਣਾ ਚਾਹੀਦਾ ਤਾਂ ਕਿ ਉਹਨਾਂ ਔਰਤਾਂ ਵਿੱਚ ਵੀ ਜਿਹੜੀ ਇਹ ਸੰਘਰਸ਼ ਦੀ ਹੋਰ ਚੇਟਕ ਲੱਗੇ? ਜ਼ਰੂਰ ਜੀ, ਜਦੋਂ ਸਮੇਂ-ਸਮੇਂ ਤੇ ਮੈਨੂੰ ਜਿੱਥੇ ਵੀ ਪਤਾ ਲੱਗਦਾ ਸਾਡੀ ਔਰਤਾਂ ਦੇ ਨਾਲ ਧੱਕਾ ਹੋ ਰਿਹਾ, ਮੈਂ ਉੱਥੇ ਹਰ ਔਰਤ ਦੇ ਹੱਕ ਦੇ ਵਿੱਚ ਬੋਲੀ ਹਾਂ। ਤੁਹਾਨੂੰ ਯਾਦ ਹੋਏਗਾ ਕਿ ਮੈਂ ਰੇਪ ਕੇਸ ਤੇ ਜਿਹੜਾ ਔਰਤ ਦੇ ਡਿਵੋਰਸ ਹੁੰਦੇ ਨੇ ਉਹਨਾਂ ਕੇਸਾਂ ਦੇ ਉੱਤੇ ਮੈਂ ਲੜਾਈ ਵੀ ਲੜ ਰਹੀ ਹਾਂ। ਸੋ ਗੱਲ ਇਹ ਹੈ ਕਿ ਅੱਜ ਵੀ ਮਰਦ ਪ੍ਰਧਾਨ ਸਮਾਜ ਇਹੀ ਸੋਚਦਾ ਕਿ ਔਰਤ ਦੀ ਹੋਂਦ ਕੀ ਹੈ। ਮੈਂ ਬਿਲਕੁਲ ਨੀਚੇ ਝੁਕਾਉਂਗੀ, ਇਸ ਲਈ ਤੁਸੀਂ ਇਹ ਦੇਖ ਲਓ ਜਿੰਨੇ ਵੀ ਧਰਨੇ ਮੁਜ਼ਾਹਰੇ ਹੁੰਦੇ ਨੇ ਉਹਦੇ ਵਿੱਚ ਜਿਹੜੀਆਂ ਸਾਡੀ ਬਰਾਦਰੀ ਦੀਆਂ ਔਰਤਾਂ ਉਹ ਬਹੁਤ ਘੱਟ ਨੇ। ਕਿਉਂਕਿ ਕਈ ਯੂਨੀਅਨਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਐਫਰਟ ਹੀ ਨਹੀਂ ਕਰਦੀਆਂ ਕਿ ਉਹਨਾਂ ਦੀਆਂ ਔਰਤਾਂ ਵੀ ਧਰਨਿਆਂ ਦੇ ਵਿੱਚ ਸ਼ਮੂਲੀਅਤ ਕਰਨ, ਉਹ ਵੀ ਜਾਣ। ਗੱਲ ਤਾਂ ਫਿਰ ਮਰਦ ਪ੍ਰਧਾਨ ਸਮਾਜ ਦੀ ਆ ਗਈ ਨਾ ਕਿ ਹਾਂ ਜੀ ਇਹ ਤਾਂ ਘਰ ਦਾ ਕੰਮ ਕਰੂਗੀ, ਮੈਂ ਚੱਲਦਾ। ਜਿਹੜੇ ਔਰਤਾਂ ਦੇ ਹੱਕ ਉਹ ਕੌਣ ਲੜੂਗਾ? ਉਹ ਮਰਦ ਲੜੂਗਾ ਅੱਗੇ ਹੋ ਕੇ? ਕਦੇ ਨਹੀਂ ਮਰਦ ਚਾਹੂਗਾ। ਮਰਦ ਕਹਿੰਦਾ ਔਰਤ ਮੇਰੇ ਪੈਰ ਦੀ ਜੁੱਤੀ ਆ, ਪਰ ਜੁੱਤੀ ਵੀ ਉਹ ਸੋਹਣੀ ਲੱਗਦੀ ਆ ਜਿਹੜੀ ਝਾੜ ਪੂੰਝ ਕੇ ਪਾਈ ਜਾਵੇ। ਜਿਹਨੂੰ ਇੱਕ ਕੋਨੇ ਦੇ ਵਿੱਚ ਸਿੱਟਿਆ ਜਾਵੇ ਨਾ ਤੇ ਤੁਰਿਆ ਜਾਂਦਾ ਪਾ ਕੇ ਜਾਵੇ ਤੇ ਉਹ ਲੋਕ ਕਹਿਣਗੇ ਉੱਤੇ ਚਿੱਟੇ ਪਾਏ ਆ, ਥੱਲੇ ਕੀ ਹਾਲ ਆ ਤੇਰਾ। ਸੋ ਗੱਲ ਇਸ ਤਰ੍ਹਾਂ ਦੀ ਆ, ਅੱਜ ਔਰਤਾਂ ਦੇ ਇਸ਼ੂ ਬਹੁਤ ਨੇ। ਜੀ ਜੀ ਜੀ। ਔਰਤਾਂ ਦੇ ਨਾਲ ਅੱਜ ਬਹੁਤ ਸਾਰਾ ਹੱਤਿਆਚਾਰ ਹੋ ਰਿਹਾ, ਔਰਤਾਂ ਦਾ ਸ਼ੋਸ਼ਣ ਹੋ ਰਿਹਾ, ਔਰਤਾਂ ਦੇ ਵਿੱਚ ਅਵੇਅਰਨੈਸ ਦੀ ਵੀ ਬਹੁਤ ਵੱਡੀ ਕਮੀ ਆ। ਜੇ ਆਪਾਂ ਰਿਲੇਸ਼ਨਸ਼ਿਪ ਨੂੰ ਲੈ ਕੇ ਗੱਲ ਕਰ ਲਈਏ, ਅੱਜ ਘਰਾਂ ਤੋਂ ਭੱਜ ਕੇ ਵਿਆਹ ਕਰਾਉਣ ਦਾ ਜਿਹੜਾ ਦੌਰ ਚੱਲ ਪਿਆ, ਇੱਥੇ ਮੈਂ ਮਾਨਯੋਗ ਹਾਈ ਕੋਰਟ ਨੂੰ ਵੀ ਕਹਿੰਦੀ ਆ ਵੀ ਇੱਕ ਕਾਲਮ ਤੁਹਾਡਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਸੀ ਜਿੱਥੇ ਮਾਂ ਬਾਪ ਦੀ ਵੀ ਸਹਿਮਤੀ ਜ਼ਰੂਰੀ ਹੋਣੀ ਚਾਹੀਦੀ ਸੀ। ਜਿਹੜਾ ਮਾਂ ਬਾਪ 18 ਸਾਲ ਤੱਕ ਧੀਆਂ ਪੁੱਤਾਂ ਨੂੰ ਪਾਲਦਾ ਤੇ ਉਹ 18 ਦਿਨਾਂ ਦੇ ਪਿਆਰ ਲਈ ਉਹ 18 ਸਾਲ ਦਾ ਪਿਆਰ ਠਕਰਾ ਜਾਂਦੀਆਂ ਨੇ। ਇੱਥੇ ਮੈਨੂੰ ਲੱਗਦਾ ਕਿ ਔਰਤਾਂ ਨੂੰ ਅੱਗੇ ਹੋ ਕੇ ਜਾਗਰੂਕਤਾ ਲਿਆਉਣੀ ਚਾਹੀਦੀ ਆ। ਜਿਹੜੀਆਂ ਔਰਤਾਂ ਨਸ਼ੇ ਦੀ ਦਲਦਲ ਦੇ ਵਿੱਚ ਧਸੀਆਂ ਨੇ ਉਹਨਾਂ ਦੇ ਲਈ ਵੀ ਔਰਤਾਂ ਨੂੰ ਖੜੇ ਹੋਣਾ ਚਾਹੀਦਾ। ਰੇਪ ਕੇਸ ਹੋ ਰਹੇ ਆ, ਇਹ ਸਿਰਫ ਸਾਡੀ ਫਿਕਰ ਕਰਕੇ ਹੋ ਰਹੇ ਆ ਕਿਉਂਕਿ ਅਸੀਂ ਆਪਦੇ ਬੱਚਿਆਂ ਨੂੰ ਪ੍ਰਪੇਅਰ ਹੀ ਨਹੀਂ ਕੀਤਾ, ਅਵੇਅਰ ਹੀ ਨਹੀਂ ਕੀਤਾ। ਅਸੀਂ ਸਾਡੇ ਬੱਚਾ 10ਵੀਂ 'ਚ ਹੋ ਜਾਂਦਾ, 12ਵੀਂ 'ਚ ਹੋ ਜਾਂਦਾ, ਅਸੀਂ ਉਹਨੂੰ ਇੱਕ ਹੀ ਗੱਲ ਸਿਰ ਢੱਕ ਕੇ ਰੱਖਣਾ, ਚੀਰਨੀ ਟੇਢਾ ਕੱਢਣਾ, ਫਲਾਨੀ ਚੀਜ਼ ਨਹੀਂ ਪਾਉਣੀ। ਅਸੀਂ ਕਦੇ ਉਹਨਾਂ ਬੱਚਿਆਂ ਨੂੰ ਇਹ ਦੱਸਿਆ ਵੀ ਫਲਾਨਾ ਬੰਦਾ ਤੇਰੇ ਵੱਲ ਮਾੜੀ ਨਿਗਾਹ ਝੱਕ ਕੇ ਤੂੰ ਆਪਦਾ ਹਥਿਆਰ ਵਰਤਣਾ ਤੇਰੇ ਕੋਲੇ? ਅਸੀਂ ਕਦੇ ਆਪਦੀਆਂ ਬੱਚੀਆਂ ਨੂੰ ਕਰਾਟੇ ਸਿਖਾਏ ਅੱਜ ਤੱਕ? ਕਦੇ ਨਹੀਂ ਸਿਖਾਏ। ਕਿਉਂਕਿ ਜਿੰਨੀ ਦੇਰ ਤੱਕ ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਅਸੀਂ ਆਪਦੀ ਹਿਫਾਜ਼ਤ ਕਿਵੇਂ ਕਰਾਂਗੇ, ਉਨੀ ਦੇਰ ਤੱਕ ਮੈਨੂੰ ਲੱਗਦਾ ਕ੍ਰਾਈਮ ਦੇ ਵਿੱਚ ਕਦੇ ਵੀ ਗਿਰਾਵਟ ਨਹੀਂ ਆ ਸਕਦੀ, ਔਰਤ ਕਦੇ ਵੀ ਅੱਗੇ ਨਹੀਂ ਆ ਸਕਦੀ। ਫਿਰ ਗੱਲ ਮਰਦ ਪ੍ਰਧਾਨ ਸਮਾਜ ਦੀ ਆ ਜਾਂਦੀ ਆ ਵੀ ਦੇਖੋ ਪਿੰਡਾਂ ਦੇ ਵਿੱਚ ਔਰਤਾਂ ਸਰਪੰਚ ਨੇ, ਪੰਚ ਨੇ, ਬਲਾਕ ਸੰਮਤੀ ਦੇ ਵਿੱਚ ਮੈਂਬਰ ਨੇ, ਪ੍ਰਧਾਨ ਨੇ, ਚੇਅਰਮੈਨ ਨੇ। ਕਦੇ ਕੋਈ ਔਰਤ ਬਹਿ ਕੇ ਫੈਸਲੇ ਕਰਦੀ ਵੇਖੀ ਆ? ਬਹੁਤ ਘੱਟ ਔਰਤਾਂ ਹੋਣੀ। ਇੱਥੇ ਮੈਂ ਔਰਤਾਂ ਨੂੰ ਸਭ ਤੋਂ ਵੱਡਾ ਕਮਜ਼ੋਰ ਦਿਲੀ ਕਹਿੰਦੀ ਆ ਕਿ ਜਦੋਂ ਤੁਹਾਨੂੰ ਅਹੁਦੇ ਮਿਲੇ ਆ ਉਹਨਾਂ ਅਹੁਦਿਆਂ ਦੀ ਵਰਤੋਂ ਕਰੋ। ਕੀ ਸਾਨੂੰ ਕੋਈ ਖਾ ਜੂਗਾ? ਜੇ ਪੰਚਾਇਤ ਦੇ ਤੁਸੀਂ ਸਰਪੰਚ ਹੋ ਤੇ ਆਪਦੇ ਪਿੰਡ ਦੇ ਵਿੱਚ ਫੈਸਲੇ ਕਰੋ ਤਾਂ ਜੋ ਤੁਹਾਡੇ ਪਿੰਡ ਦੇ ਲੋਕਾਂ ਨੂੰ ਥਾਣੇ ਕਚਹਿਰੀ ਤੱਕ ਨਾ ਜਾਣਾ ਪਵੇ। ਤੇ ਸੋ ਇੱਥੇ ਸਰਪੰਚ ਘਰ ਵਾਲੀ ਹੁੰਦੀ ਆ ਤੇ ਸਰਪੰਚ ਸਾਹਿਬ ਘਰ ਵਾਲਾ ਵਾਜਦਾ, ਸਰਕਾਰੀ ਦਰਬਾਰੇ ਉਹ ਜਾਂਦਾ, ਜਿੱਦੇ ਕਿਤੇ ਗ੍ਰਾਂਟ ਤੇ ਸਾਈਨ ਕਰਨੇ ਹੁੰਦੇ ਉਹਦੇ ਭਾਗਵਾਨ ਨੂੰ ਗੱਡੀ 'ਚ ਪਾਉਂਦਾ ਤੇ ਸਾਈਨ ਕਰਾ ਕੇ ਫਿਰ ਵਾਪਸ ਕਰ ਦਿੰਦਾ। ਕੀ ਉਹ ਔਰਤ ਨੂੰ ਨਹੀਂ ਪਤਾ ਮੇਰੇ ਪਿੰਡ ਦੀ ਦਿਸ਼ਾ ਕੀ ਆ, ਮੈਂ ਆਪਦੇ ਪਿੰਡ 'ਚ ਕਿਹੜੀਆਂ ਕਿਹੜੀਆਂ ਸਹੂਲਤਾਂ ਲਿਆਉਣੀਆਂ? ਜੀ ਜੀ। ਸੋ ਗੱਲਾਂ ਤਾਂ ਮਨਪ੍ਰੀਤ ਬਾਦਲ ਦਾ ਰਿਸ਼ਤੇਦਾਰ ਜੈਜੀਤ ਜੌਹਲ ਹਾਂਜੀ ਇੰਟਰਵਿਊ ਦੌਰਾਨ ਕਹਿੰਦਾ ਹੈ ਕਿ ਮਨਪ੍ਰੀਤ ਬਾਦਲ ਇੱਜ਼ਤ ਲਈ ਭਾਜਪਾ ਵਿੱਚ ਜੁਆਇਨ ਕੀਤਾ ਹੈ। ਕੀ ਤੁਹਾਨੂੰ ਲੱਗਦਾ ਕਿ ਮਨਪ੍ਰੀਤ ਬਾਦਲ ਨੇ ਪੰਜਾਬ ਦੀ ਆਬਰੂ, ਉਹ ਬਹੁਤ ਉਰਦੂ ਸ਼ਾਇਰੀ ਬੋਲਦੇ ਆ ਨਾ, ਉਹ ਪੰਜਾਬ ਦੀ ਆਬਰੂ, ਪੰਜਾਬ ਦੀ ਇੱਜ਼ਤ ਲਈ ਖਰੇ ਉਤਰੇ ਨੇ? ਕਦੇ ਉਹ ਇਨਕਲਾਬ ਦੀ ਸਹੁੰ ਖਾਂਦੇ ਆ, ਕਦੇ ਖਟਕੜ ਕਲਾਂ ਜਾਂਦੇ ਸੀਗੇ, ਪੀਪਲਜ਼ ਪਾਰਟੀ ਬਣਾਈ, ਅਕਾਲੀਆਂ ਚੋਂ ਕਹਿੰਦਾ ਮੈਂ ਇੱਜ਼ਤ ਦਾ ਮਾਰਾ ਕਾਂਗਰਸ ਜੁਆਇਨ ਕੀਤਾ ਸੀ। ਲੱਗਦਾ ਕਿ ਮਨਪ੍ਰੀਤ ਬਾਦਲ ਨੇ ਪੰਜਾਬ ਦੀ ਆਬਰੂ ਲਈ ਕੰਮ ਕੀਤਾ? ਨਹੀਂ ਵੀਰ ਜੀ, ਇਹਦਾ ਈਡੀ ਦੇ ਡਰ ਦੇ ਮਾਰੇ ਆ। ਇਹ ਤਾਂ ਸਕੰਜੇ ਕੱਸੇ ਹੋਏ ਆ, ਜਿਹਦੇ ਤੇ ਕੱਸਿਆ ਜਾਂਦਾ ਉਹਦੀ ਅਗਲੇ ਦਿਨ ਨੂੰ ਖਬਰ ਆ ਜਾਂਦੀ ਹੈ ਜੀ ਭਾਜਪਾ ਜੁਆਇਨ ਕਰ ਲਈ। ਸੋ ਇਹ ਤਾਂ ਪੰਜਾਬ ਦੀ ਇੱਜ਼ਤ ਨਹੀਂ, ਇਹ ਤਾਂ ਆਪਦੀ ਇੱਜ਼ਤ ਬਚਾਉਣ ਦੇ ਮਾਰੇ ਕਰ ਰਹੇ ਆ। ਪੰਜਾਬ ਦੀ ਇੱਜ਼ਤ, ਜਿਨ੍ਹਾਂ ਲੋਕਾਂ ਨੂੰ ਪੰਜਾਬ ਦੀ ਇੱਜ਼ਤ ਸੀ ਨਾ, ਉਹ ਲੀਡਰ ਤਾਂ ਬੜੇ ਲੰਮੇ ਸਮੇਂ ਪਹਿਲਾਂ ਲੰਘੇ। ਸੰਤ ਲੌਂਗੋਵਾਲ ਵਰਗੇ, ਟੌੜੇ ਵਰਗੇ, ਕਮਲਜੀਤ ਵਰਗੇ, ਜਿਹੜੇ ਇੱਕ ਜਗ੍ਹਾ ਤੇ ਖੜੇ ਰਹਿੰਦੇ ਸੀ।
ਜਿਨ੍ਹਾਂ ਨੂੰ ਇਹ ਸੀ ਕਿ ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਦਕ ਨਾ ਜਾਵੇ। ਉਹ ਗੱਲ ਆ ਵੀ ਅਸੀਂ ਪਾਰਟੀ ਲਈ ਖੜੇ ਹਾਂ ਤੇ ਖੜੇ ਰਵਾਂਗੇ। ਅੱਜ ਦੇ ਤਾਂ ਇਹ ਆ ਵੀ ਅੱਜ ਪਾਰਟੀ ਘਾਟੇ 'ਚ ਗਈ ਨਾ, ਦੂਜੇ ਦਿਨ ਵਾਧੇ ਵਾਲੀ 'ਚ ਤੁਰ ਜਾਣਗੇ। ਕਦੇ ਇਹ ਨਹੀਂ ਸੋਚਿਆ ਵੀ ਜਿਹੜੀ ਪਾਰਟੀ ਨੇ ਸਾਨੂੰ ਹੀਰੋ ਬਣਾਇਆ, ਜਿਹਨੇ ਸਾਨੂੰ ਚਿਹਰਾ ਦਿੱਤਾ, ਜਿਹਨੇ ਸਾਨੂੰ ਸਮਾਜ ਦੇ ਵਿੱਚ ਵਿਚਰਨਾ ਸਿਖਾਇਆ, ਅਸੀਂ ਉਹ ਪਾਰਟੀ ਦੇ ਨਾਲ ਕਿਉਂ ਨਾ ਖੜੀਏ। ਬਾਬਾ ਬੋੜਾ ਖਵਾਉਂਦੇ ਨੇ ਪ੍ਰਕਾਸ਼ ਸਿੰਘ ਬਾਦਲ। ਚਲੋ ਸੁਖਬੀਰ ਬਾਦਲ ਤੋਂ ਆਣ ਕੇ ਰਾਜ ਆ ਜਿਹੜਾ ਹੋਰ ਸੱਤਾ ਨੂੰ ਚਲਾ ਗਿਆ। ਬਾਦਲ ਸਾਹਿਬ ਹਰ ਗੱਲ ਨੂੰ ਕੰਟਰੋਲ ਕਰਦੇ ਸੀ। ਜੀ ਉਹ ਹਰ ਇੱਕ ਚੀਜ਼ ਨੂੰ, ਉਹਨਾਂ ਕੋਲੇ ਇੱਕ ਤਜਰਬਾ ਸੀ ਬੜਾ ਲੰਮੇ ਅਰਸੇ ਦਾ। ਅੱਜ ਉਹਨਾਂ ਨਾਲ ਕਿਹੜੇ ਰਹਿ ਗਏ। ਬੀਬੀ ਜੰਗੀਰ ਕੌਰ ਆ ਜਿਹੜੀ ਉਹਨਾਂ ਦੀ ਚਿੱਠੀ ਚੋਂ ਨਿਕਲੀ, ਉਹਨਾਂ ਦੇ ਲਿਫਾਫੇ ਚੋਂ ਨਿਕਲੀ ਤੇ ਉਹਨਾਂ ਦੇ ਖਿਲਾਫ ਬੋਲ ਕੇ ਗਈ। ਸੋ ਅੱਜ ਗੱਲ ਇਹ ਰਹਿ ਗਈ ਹੈ ਵੀ ਤੂੰ ਮੈਨੂੰ ਟਿਕਟ ਦੇਂਗਾ, ਜੇ ਤਾਂ ਦੇਂਗਾ ਤਾਂ ਠੀਕ ਆ, ਨਹੀਂ ਮੈਨੂੰ ਦੂਜੀ ਪਾਰਟੀ ਸੱਦ ਰਹੀ ਆ, ਮੈਂ ਚੱਲਿਆ, ਜਿਵੇਂ ਬਸ ਝੋਲਾ ਤਿਆਰ ਹੀ ਆ, ਚੱਕ ਕੇ ਤੁਰਨੀ ਆ। ਸੋ ਇਹ ਹਾਲਾਤ ਨਹੀਂ। ਕਾਂਗਰਸ ਦਾ ਸਾਬਕਾ ਐਮਐਲਏ ਕੁਲਵੀਰ ਜੀਰਾ, ਤੁਸੀਂ ਜੀਰੇ ਹਲਕੇ ਦੇ ਹੋ, ਦੇਖਦੇ ਹੋਵੋਗੇ, ਉਹ ਵੀ ਬੜਾ ਫਿਕਰ ਕਰ ਰਿਹਾ ਸੀ ਸ਼ਰਾਬ ਦੀ ਫੈਕਟਰੀ ਦਾ। ਉਹਨੇ ਆਪਦੇ ਰਾਜ ਦੇ ਵਿੱਚ ਇਸ ਫੈਕਟਰੀ ਦੇ ਬਾਬਤ ਕਿਹੋ ਜਿਹੀ ਬਿਆਨਬਾਜ਼ੀ ਜਾਂ ਉਹਨੇ ਕੀ ਉਦਮ ਕੀਤੇ ਸੀ? ਦੇਖੋ ਜੀ, ਨਾ ਤਾਂ ਕਾਂਗਰਸ ਦੇ ਲੀਡਰ ਨੇ ਕੁਲਬੀਰ ਸਿੰਘ ਨੇ ਕੋਈ ਬਿਆਨਬਾਜ਼ੀ ਕੀਤੀ ਸੀ ਤੇ ਨਾ ਹੀ ਮਿੰਨੇ ਨੇ ਜੀ। ਸਾਡੇ ਦੋ ਹੀ ਸਾਡੇ ਏਰੀਏ ਦੇ ਲੀਡਰ ਸੀਗੇ, ਅਵਤਾਰ ਸਿੰਘ ਮਿੰਨਾ ਤੇ ਕੁਲਬੀਰ ਸਿੰਘ। ਉਦੋਂ ਪਹਿਲਾਂ ਹਰੀ ਸਿੰਘ ਜੀਰਾ ਸੀ ਤੇ ਇੰਦਰਜੀਤ ਸਿੰਘ ਜੀਰਾ ਸੀ। ਸੋ ਉਦੋਂ ਹਰ ਇੱਕ ਬੰਦੇ ਦੀ ਚੁੱਪ ਸੀ ਕਿਉਂਕਿ ਕਾਲੀਆਂ ਦੇ ਰਾਜ 'ਚ ਲੱਗੀ ਸੀ। ਕਾਂਗਰਸ ਵਾਰੀ ਇਹਦੇ ਵਿੱਚ ਬੰਦੇ ਜਿਹੜੇ ਉਹ ਐਡਜਸਟ ਕੀਤੇ ਗਏ ਸੀ, ਨੌਕਰੀਆਂ ਤੇ ਲਵਾਏ ਗਏ ਸੀ। ਸੋ ਇਹ ਤਾਂ ਆਮ ਲੋਕਾਂ ਲਈ ਆ ਜਿਨ੍ਹਾਂ ਲੋਕਾਂ ਨੂੰ ਇਹਦਾ ਸੰਤਾਪ ਹੰਢਾਉਣਾ ਪਿਆ। ਮਿੱਟੀ ਪਾਣੀ ਹਵਾ ਦੀ ਲੜਾਈ ਲੜੀ ਲੋਕਾਂ ਨੇ ਜੀ। ਕੀ ਪੰਜਾਬ ਦੇ ਕਿਸਾਨਾਂ ਨੂੰ ਕੁਦਰਤੀ ਖੇਤੀ ਵੱਲ ਵਾਪਸ ਜਾਣ ਦੀ ਲੋੜ ਨਹੀਂ ਹੈਗੀ? ਜਿਹੜੀਆਂ ਅਸੀਂ ਖੁਦ ਗਲਤੀਆਂ ਕਰਦੇ ਹਾਂ, ਅਸੀਂ ਖੇਤਾਂ ਦੇ ਵਿੱਚ ਦਰਖਤ ਲਾਉਣ ਤੋਂ ਭੱਜਦੇ ਹਾਂ, ਅਸੀਂ ਹੀ ਆਪਣੇ ਬੱਟਾਂ 'ਚ ਬਹੁਤ ਕੁਝ ਕਰ ਸਕਦੇ ਹਾਂ, ਪਰ ਅਸੀਂ ਹੀ ਲੋਕਾਂ ਨੇ ਕੀ ਕੀਤਾ, ਪਸ਼ੂ ਪੰਛੀਆਂ ਬਾਰੇ ਸੋਚਿਆ ਨਹੀਂ ਹੈਗਾ ਜੀ। ਬਹੁਤ ਸਾਰੇ ਕੁਦਰਤ ਪ੍ਰੇਮੀ ਨੇ ਜਿਹੜੇ ਆਲ ਨੇ ਲਾ ਕੇ ਵੱਡੇ ਪੱਧਰ ਤੇ ਪੰਛੀਆਂ ਦੀ ਸਾਂਭ ਸੰਭਾਲ, ਜਿਹੜੇ ਚੂਹਿਆਂ ਨੂੰ ਮਾਰਨ ਵਾਸਤੇ ਦਵਾਈਆਂ ਖਾਂਦੇ ਆ, ਹਾਲਾਂਕਿ ਚੂਹਿਆਂ ਦਾ ਇਲਾਜ ਵੀ ਉਹ ਪੰਛੀ ਹੈਗੇ ਨੇ। ਜੇ ਉਹਨਾਂ ਲਈ ਅਸੀਂ ਉਹ ਮਾਹੌਲ ਪੈਦਾ ਕਰਦੇ ਖੇਤਾਂ ਦੇ ਵਿੱਚ, ਸਾਨੂੰ ਉਹ ਸਪਰੇਆਂ ਕਰਨ ਦੀ ਲੋੜ ਹੀ ਨਹੀਂ ਪੈਣੀ। ਕੀ ਲੱਗਦਾ ਵੀ ਸਾਡੀਆਂ ਗਲਤੀਆਂ ਸਾਨੂੰ ਮੰਨਦੇ ਹੋਏ ਵਾਪਸ ਮੁੜਨ ਦੀ ਲੋੜ ਨਹੀਂ ਹੈਗੀ? ਬਿਲਕੁਲ ਜੀ, ਸਾਨੂੰ ਆਰਗੈਨਿਕ ਖੇਤੀ ਵੱਲ ਜਿਹੜਾ ਮੁੜਨਾ ਪਊਗਾ। ਜਿਵੇਂ ਹੁਣ ਤੁਸੀਂ ਦੇਖੋ ਕਿ ਅਸੀਂ ਬਾਜਰਾ ਬੀਜਦੇ ਸੀ, ਬਾਜਰੇ ਦੇ ਵਿੱਚ 80% ਕੈਲਸ਼ੀਅਮ ਆ। ਅੱਗੇ ਬਾਜਰੇ ਦੀ ਲੋਕ ਰੋਟੀ ਖਾਂਦੇ ਸੀ, ਲੱਤਾਂ ਗੋਡੇ ਉਹਨਾਂ ਦੇ ਕਾਇਮ ਸੀ। ਅੱਜ ਮੈਨੂੰ ਲੱਗਦਾ 40 ਤੋਂ 45 ਸਾਲ ਦੀ ਉਮਰ ਦੇ ਵਿੱਚ ਗੋਡੇ ਨਵੇਂ ਪੈ ਰਹੇ ਆ। ਸਾਡਾ ਹੀ ਨੁਕਸਾਨ ਹੋ ਰਿਹਾ ਨਾ। ਅੱਛਾ, ਅੱਗੇ ਅਸੀਂ ਵਟਮੀ ਫਸਲ ਬੀਜਦੇ ਸੀ, ਛੋਲੇ ਹੁੰਦੇ ਸੀ ਸਾਡੇ ਘਰ ਦੇ, ਜੀ ਤੋਂ ਵੇਸਣ ਬਣਦਾ ਸੀ, ਦਾਲ, ਸਾਡੀਆਂ ਸਿਹਤਾਂ ਕਾਮਯਾਬ ਸੀ ਤੇ ਅਸੀਂ ਲੰਮੀ ਆਜੂ ਜਿਉਂਦੇ ਸੀ। ਅੱਜ ਮੈਨੂੰ ਲੱਗਦਾ 60 ਹੱਦ 70 ਤੱਕ ਕੋਈ ਵਿਰਲਾ ਹੀ ਜਾਂਦਾ। 70 ਸਾਲ ਦੀ ਉਮਰ 'ਚ ਇਹ ਦੁਨੀਆ ਤੋਂ ਜਿਹੜਾ ਬੰਦਾ ਰੁਖਸਤ ਹੋ ਜਾਂਦਾ। ਪਸ਼ੂ ਪੰਛੀਆਂ ਦੇ ਸਾਡੇ ਆਲਣੇ ਸੀ ਜੀ। ਬਿਜੜਾ ਵੰਤੀ ਬੁਣਦਾ ਸੀ ਤੇ ਅਸੀਂ ਕਹਿ ਦਿੰਦੇ ਸੀ ਇੱਕ ਉਹ ਦਰਜੀ ਪੰਛੀ ਆ ਜਿਹੜਾ ਪਤਾ ਹੀ ਨਹੀਂ ਕਿਵੇਂ ਵੰਤੀ ਬੁਣ ਜਾਂਦਾ। ਸਾਡੇ ਘਰ ਦੇ ਬਾਹਰ ਡੇਕ ਸੀ ਤੇ ਤਿੰਨੇ ਘਰ ਉਹਦੇ ਛਾਵੇਂ ਮੰਜਾ ਡਾਉਂਦੇ ਸੀ, ਦਾਦਾ ਦਾਦੀ ਬੈਠੇ ਹੁੰਦੇ ਸੀ ਤੇ ਵੱਖਰੀ ਚਹਿਲ ਪਹਿਲ ਸੀ। ਜਿੱਥੇ ਅਸੀਂ ਇਹਨਾਂ ਦਰਖਤਾਂ ਨੂੰ ਗਵਾਇਆ ਨਾ, ਉੱਥੇ ਅਸੀਂ ਆਪਦੇ ਰਿਸ਼ਤੇ ਨਾਤਿਆਂ ਨੂੰ ਵੀ ਬਹੁਤ ਛੋਟਾ ਕਰ ਲਿਆ, ਭਾਈਚਾਰਕ ਸਾਂਝਾਂ ਨੂੰ ਵੀ ਬਹੁਤ ਛੋਟਾ ਕਰ ਲਿਆ। ਸੋ ਅੱਗੇ ਸਾਡੇ ਰਵਾਇਤੀ ਦਰਖਤ ਹੁੰਦੇ ਸੀ, ਨਿੰਮ, ਬੋੜ, ਪਿੱਪਲ। ਅੱਜ ਤੁਸੀਂ ਵੇਖ ਲਓ, ਨਾ ਤਾਂ ਬੋੜ ਰਹਿ ਗਏ ਆ, ਨਾ ਨਿੰਮਾਂ ਰਹਿ ਗਈਆਂ, ਨਾ ਪਿੱਪਲ ਰਹਿ ਗਏ। ਪਰ ਮੈਂ ਆਪਦੇ ਆਪ ਨੂੰ ਬਹੁਤ ਖੁਸ਼ ਨਸੀਬ ਸਮਝਦੀ। ਮੇਰੇ ਦਾਦਾ ਜੀ 16 ਮਾਰਚ ਨੂੰ ਦੁਨੀਆ ਤੋਂ ਰੁਖਸਤ ਹੋਏ। ਉਹਨਾਂ ਬੰਦਿਆਂ ਨੇ 40 ਬੋੜ ਦੇ ਦਰਖਤ ਲਾਏ ਆ ਜਿਹੜੇ ਫਤਿਹਗੜ੍ਹ ਸਭਰਾ ਤੱਕ ਆ ਤੇ ਅੱਜ ਵੀ ਹਰੀ ਕਾਇਮ ਨੇ। ਉਦੋਂ ਤੱਕ ਉਹਨਾਂ ਦੀ ਪਰਵਰਿਸ਼ ਕੀਤੀ ਆ ਜਦੋਂ ਤੱਕ ਇੱਕ ਮੰਜੇ ਦੀ ਛਾਂ ਦੇਣ। ਸ਼ਮਸ਼ਾਨ ਘਾਟਾਂ 'ਚ ਉਹਨਾਂ ਵੱਲੋਂ ਬੋੜ ਲਾਏ ਗਏ, ਮੰਡੀਆਂ 'ਚ ਉਹਨਾਂ ਵੱਲੋਂ, ਰਾਹਗੀਰੀਆਂ ਲਈ ਉਹਨਾਂ ਵੱਲੋਂ। ਸੋ ਅੱਜ ਅਸੀਂ ਬੇਸ਼ੱਕ ਅਸੀਂ ਪੰਛੀਆਂ ਨੂੰ ਘਰ ਬਣਾ ਕੇ ਦੇਤੇ, ਪਰ ਅਸੀਂ ਅਪਾਹਜ ਹੋ ਗਏ। ਅਸੀਂ ਨਾਲ ਪੰਛੀ ਵੀ ਅਪਾਹਜ ਕਰਤੇ। ਅਸੀਂ ਉਹਨਾਂ ਤੋਂ ਉਹਨਾਂ ਦਾ ਹੁਨਰ ਖੋਲਿਆ। ਕਿੱਥੇ ਉਹ ਤੀਲਾ ਚੁੱਕ ਕੇ ਆਲਣਾ ਬਣਾਉਂਦੇ ਸੀ, ਕਿੱਥੇ ਅਸੀਂ ਬਣੇ ਬਣਾਏ ਉਹਨਾਂ ਨੂੰ ਦੇਤੇ। ਜਿਵੇਂ ਅਸੀਂ ਪੱਕੇ ਮਕਾਨਾਂ 'ਚ ਆ ਗਏ ਨਾ, ਏਸੀ ਕਿਹਦੇ ਘਰ 'ਚ ਹੁੰਦੇ ਸੀ ਅੱਗੇ? ਕਿਹੜਾ ਕੂਲਰ ਪੱਖੇ ਲਾਉਂਦਾ ਸੀ? ਕੱਚੇ ਘਰ ਸੀ, ਮਿੱਟੀ ਦੀ ਲਿਪਾਈ ਹੁੰਦੀ ਸੀ, ਠੰਡੇ ਰਹਿੰਦੇ ਸੀ ਤੇ ਦਾਣਿਆਂ ਦੇ ਨਾਲ ਕੋਠੇ ਭਰੇ। ਕਿਹਦੇ ਕੋਲੇ ਡਰਮ ਸੀ ਅੱਗੇ? ਦਾਣੇ ਆਈ ਫਸਲਾਂ ਪਈਆਂ ਹੁੰਦੀਆਂ। ਜਿੱਡੇ ਕ ਅਸੀਂ ਆਪਦੇ ਕਿਰਦਾਰ ਦੇ ਵਿੱਚ ਛੋਟੇ ਹੋ ਗਏ ਨਾ, ਓਨੇ ਕੀ ਅਸੀਂ ਜਿਹੜੇ ਆਪਦੇ ਕਿੱਤੇ ਵੀ ਛੋਟੇ ਕਰ ਲਏ ਤੇ ਅਸੀਂ ਜਿਹੜਾ ਲੋੜ ਨਾਲੋਂ ਵੱਧ ਜਿਹੜੀਆਂ ਬਿਮਾਰੀਆਂ ਸੇੜ ਲਈਆਂ। ਸੁੱਖ ਸਹੂਲਤਾਂ ਨਹੀਂ ਸੇੜੀਆਂ, ਬਿਮਾਰੀਆਂ ਸੇੜੀਆਂ ਨੇ ਅਸੀਂ। ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ,
ਬੇਸ਼ੱਕ ਸਮੇਂ ਦੀਆਂ ਹੁਕਮਰਾਨ ਸਰਕਾਰਾਂ ਨੇ ਸਮੇਂ-ਸਮੇਂ ਤੇ ਪੰਜਾਬ ਦੇ ਨਾਲ ਉਹ ਕੁਝ ਕੀਤਾ ਤੇ ਉਹ ਕੁਝ ਮਾੜਾ ਹੋਣ ਨੂੰ, ਮਾੜਾ ਕੁਝ ਜੋ ਕੁਝ ਵਰਤਾਰੇ ਵਾਪਰੇ, ਉਹ ਤੋਂ ਸਰਕਾਰ ਨੂੰ ਪਿੱਛੇ ਮੁੜਨਾ ਪਿਆ ਕਿਉਂਕਿ ਲੋਕ ਖੜੇ ਹੁੰਦੇ ਨੇ। ਸਮੇਂ ਦੀਆਂ ਹੁਕਮਰਾਨਾਂ ਨੂੰ ਇਹ ਸੋਚਣਾ ਪਏਗਾ ਕਿ ਜਦੋਂ ਵੀ ਅਸੀਂ ਅਜਿਹੇ ਫੈਸਲੇ ਕਰੋਗੇ ਤੁਸੀਂ ਤਾਂ ਲੋਕ ਸੜਕਾਂ ਤੇ ਉਤਰਨਗੇ। ਪੰਜਾਬ ਦੇ ਲੋਕਾਂ ਲਈ ਜਾਂਦੇ ਜਾਂਦੇ ਇਹੀ ਕਹਾਂਗੇ कि वक्त की फिक्र कर नादान, मुसीबत आने वाली है, तुम्हारी बर्बादियों के मशवरे है आसमानों में, ना समझे तो मिट जाओगे है हिंदुस्तान वालों, तुम्हारी दास्तां तक ना होगी दास्तानों में, तुम्हारी दास्तां तक ना होगी दास्तानों में। सो बने रहो सरलेख दे नाल।